सार ना जाना तेरी सब ते वड्डा सब ते सब ते वड्डा सतगुर नानक जिन कल राखी मेरी स्वामी मैं तुझे आगे अरदास मैं तानी दीवान तू है मेरे स्वामी मैं तुझे आगे अरदास मैं होर था जिस पे करो मैं होर था नहीं जिस पे करो बनंती मेरा दुख सुख तुझी पास फिरत फिरत प्रभु फिरत प्रभु आया परिया तो शरणाए नानक की प्रभु बेनती अपनी भक्ति लाए आनंद गुण निधान गुरु गरीब निवाज जियो सारी संगत गज के जपना जी सतनाम श्री वाहेगुरु जी आद निरंजन है गुरु नानक तार के मूर्त है जगया लोक सुनो प्रलोक सुनो लोक सुनो सब दर्शन पायो संगत पार उतारन को गुरु नानक साहब पंथ चलायो वाहेगुरु गुरु नानक साहब तार के मूर्त है जग आयो बेनती मेरी है बेनती संगते गुरां दिए कह दो वाहेगुरु वाहेगुरु जी तेरी सब वडियाई कोई ना जाने मेरा कोई ना जाने मेरा कोई ना जाने मेरा जी तेरी सब वडियाई कोई ना न जाने मेरा तेरी सब वडियाई कोई ना न जाने मेरा तेरी मेहर दे सदके तेरी मेहर दे सदके जी रुशनाया चार चुफेरा तेरी सब वडियाई कोई ना जाने मेरा तेरी सब वडियाई कोई ना जाने मेरा
ਆਪਣੇ ਚਰਨੀ ਲਾਈ ਰੱਖ ਤੂੰ ਇੱਕ ਪਲ ਵੀ ਨਾ ਫੇਰੀ ਅੱਖ ਤੂੰ ਆਪਣੇ ਚਰਨੀ ਲਾਈ ਰੱਖ ਤੂੰ ਇੱਕ ਪਲ ਵੀ ਨਾ ਫੇਰੀ ਅੱਖ ਤੂੰ ਓਏ ਆਪਣੇ ਚਰਨੀ ਲਾਈ ਰੱਖ ਤੂੰ ਇੱਕ ਪਲ ਵੀ ਨਾ ਫੇਰੀ ਅੱਖ ਤੂੰ ਓਏ ਜੋ ਸਭ ਦੁਨੀਆ ਸੁਖ ਜੋ ਸਭ ਦੁਨੀਆ ਸੁਖ ਜੋ ਸਭ ਦੁਨੀਆ ਸੁਖ ਵਸਦੀ ਸਭ ਤੇਰੇ ਸਿਰ ਹੀ ਸੇਰਾ ਤੇਰੀ ਸਭ ਵਡਿਆਈ ਕੋਈ ਨਾ ਜਾਣੇ ਮੇਰਾ ਓ ਜੀ ਤੇਰੀ ਮਿਹਰ ਦੇ ਸਦਕੇ ਤੇਰੀ ਮਿਹਰ ਦੇ ਸਦਕੇ ਜੀ ਰੁਸ਼ਨਾਇਆ ਚਾਰ ਚਫੇਰਾ ਤੇਰੀ ਸਭ ਵਡਿਆਈ ਕੋਈ ਨਾ ਜਾਣੇ ਮੇਰਾ ਤੇਰੀ ਸਭ ਵਡਿਆਈ ਕੋਈ ਨਾ ਜਾਣੇ ਮੇਰਾ ਪਸ਼ੂ ਪੰਛੀਆਂ ਜਾਨਵਰਾਂ ਨੂੰ ਸਭ ਨੂੰ ਰੋਜੀ ਦਿੰਦਾ ਏ ਤੂੰ ਪਸ਼ੂ ਪੰਛੀਆਂ ਹੋ ਜਾਨਵਰਾਂ ਨੂੰ ਸਭ ਨੂੰ ਰੋਜੀ ਦਿੰਦਾ ਏ ਤੂੰ ਪਸ਼ੂ ਪੰਛੀਆਂ ਜਾਨਵਰਾਂ ਨੂੰ ਸਭ ਨੂੰ ਰੋਜੀ ਦੇਂਦਾ ਏ ਤੂੰ ਪੱਥਰਾਂ ਵਿੱਚ ਜੀ ਪੱਥਰਾਂ ਵਿੱਚ ਜੀ ਪਾਲੇ ਹੈ ਇਹ ਵੀ ਕੌਤਕ ਤੇਰਾ ਤੇਰੀ ਸਭ ਵਡਿਆਈ ਕੋਈ ਨਾ ਜਾਣੇ ਮੇਰਾ ਤੇਰੀ ਸਭ ਵਡਿਆਈ ਕੋਈ ਨਾ ਜਾਣੇ ਮੇਰਾ ਮੇਰੀ ਅਕਲ ਨੂੰ ਹੱਦ ਨਹੀਂ ਲੱਭ ਸਕਿਓ ਤੇਰੀਆਂ ਰਹਿਮਤਾਂ ਭਰੀ ਸ਼ੌਕੀਨਗੀ ਦਿਓ ਤੇਰੀ ਦਾਤ ਪਰਵਤ ਜੜੀ ਅਤੇ ਮੇਰੀ ਰਾਈਓ ਘੱਟ ਔਕਾਤ ਮਹੀਨਗੀ ਦੀ ਸਾਰੀ ਉਮਰ ਹੀ ਤੇਰਾ ਦਿੱਤਾ ਵਰਤਿਆ ਮੈਂ ਹਾਂ
ਤੇ ਫਿਰ ਵੀ ਬਣੀ ਨੀ ਸੁਰਤ ਅਧੀਨਗੀ ਦੀ ਕੋਈ ਬੰਨਾ ਨੀ ਤੇਰੀਆਂ ਉਹ ਬਖਸ਼ਿਸ਼ਾਂ ਦਾ ਸ਼ਹਿਨशाह ਤੇ ਕੋਈ ਹੱਦ ਨੀ ਮੇਰੀ ਕਮੀਨਗੀ ਦੀ ਓ ਪਸ਼ੂ ਪੰਛੀਆਂ ਜਾਨਵਰਾਂ ਨੂੰ ਸਭ ਨੂੰ ਰੋਜੀ ਦਿੰਦਾ ਏ ਤੂੰ ਪਸ਼ੂ ਪੰਛੀਆਂ ਜਾਨਵਰਾਂ ਨੂੰ ਸਭ ਨੂੰ ਰੋਜੀ ਦਿੰਦਾ ਏ ਤੂੰ ਹੋ ਪੱਥਰਾਂ ਵਿੱਚ ਜੀ ਪਾਲੇ ਹੈ ਇਹ ਵੀ ਕੌਤਕ ਤੇਰਾ ਤੇਰੀ ਸਭ ਵਡਿਆਈ ਤੇਰੀ ਮਿਹਰ ਦੇ ਸਦਕੇ ਦੀ ਹਾਂ ਤੇਰੀ ਮਿਹਰ ਦੇ ਸਦਕੇ ਜੀ ਰੁਸ਼ਨਾਇਆ ਚਾਰ ਚਪੇਰਾ ਤੇਰੀ ਸਭ ਵਡਿਆਈ ਕੋਈ ਨਾ ਜਾਣੇ ਮੇਰਾ ਤੇਰੀ ਸਭ ਵਡਿਆਈ ਕੋਈ ਨਾ ਜਾਣੇ ਮੇਰਾ ਮੈਂ ਅਪਰਾਧੀ ਔਗਣ ਹਾਰਾ ਤੇਰੇ ਬਾਜਨਾ ਕੋਈ ਸਹਾਰਾ ਮੈਂ ਅਪਰਾਧੀ ਹੋ ਔਗਣ ਹਾਰਾ ਤੇਰੇ ਬਾਜਨਾ ਕੋਈ ਸਹਾਰਾ ਮੈਂ ਅਪਰਾਧੀ ਔਗਣ ਹਾਰਾ ਤੇਰੇ ਬਾਜਨਾ ਕੋਈ ਸਹਾਰਾ ਅਸੀਂ ਉੱਡਦੇ ਆਸਰੇ ਅਸੀਂ ਉੱਡਦੇ ਆਸਰੇ ਤੇਰੇ ਮੋਰਾਂ ਵਾਲਿਆ ਜੱਸ ਬਥੇਰਾ ਤੇਰੀ ਸਭ ਵਡਿਆਈ ਕੋਈ ਨਾ ਜਾਣੇ ਮੇਰਾ ਤੇਰੀ ਸਭ ਵਡਿਆਈ ਕੋਈ ਨਾ ਜਾਣੇ ਮੇਰਾ ਸਤਨਾਮ ਸ਼੍ਰੀ ਵਾਹਿਗੁਰੂ ਸਤਨਾਮ ਸ਼੍ਰੀ ਵਾਹਿਗੁਰੂ ਸਤਨਾਮ ਸ੍ਰੀ ਵਾਹਿਗੁਰੂ ਸਤਨਾਮ ਸ੍ਰੀ ਵਾਹਿਗੁਰੂ 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 ਬੋਲੇ ਸੋ ਨਿਹਾਲ ਸ੍ਰੀ ਅਕਾਲ ਤੇਰੀ ਸਭ ਵਡਿਆਈ ਕੋਈ ਨਾ ਜਾਣੇ ਮੇਰਾ ਤੇਰੀ ਮਿਹਰ ਦੇ ਸਦਕੇ ਜੀ ਰੁਸ਼ਨਾਇਆ ਚਾਰ ਚਫੇਰਾ ਮੈਂ ਨਾਹੀਂ ਕਿਛ ਹੋਂ ਨਹੀਂ ਕਿਛ ਆਹੇ ਨਾ ਮੋਰਾ ਅਵਸਰ ਲੱਜਾ ਰਾਖ ਲਿਹੋ ਸਦਨਾ ਜਨ ਤੋਰਾ ਹਮੇ ਆਪ ਗੁਣ ਭਰੇ ਏਕ ਗੁਣ ਨਾਹੀ ਅੰਮ੍ਰਿਤ ਛਾਟ ਬਿਖੈ ਬਿਖ ਖਾਹੀ ਮਾਇਆ ਮੋਹ ਭਰਮ ਪੈ ਭੂਲੇ ਸੁਤਦਾਰਾ ਸਿਉ ਪ੍ਰੀਤ ਲਗਾਈ ਇੱਕ ਉੱਤਮ ਪੰਥ ਸੁਣਿਆ ਹੋ ਗੁਰ ਸੰਗਤ ਤੇਹ ਮਿਲੰਤ ਜਮਤਰਾਸ ਮਿਟਾਈ ਇੱਕ ਅਰਦਾਸ ਪਾਠ ਕੀਰਤ ਕੀ ਗੁਰ ਰਾਮਦਾਸ ਰੱਖੋ ਸਰਨਾਈ ਡੰਡਾਉਤ ਬੰਦਨ ਅਨਕਬਾਰ ਸਰਬ ਕਲਾ ਸਮਰੱਥ ਡੋਲਨ ਤੇ ਰਾਖੋ ਪ੍ਰਭੂ ਨਾਨਕ ਦੇ ਕਰ ਹੱਥ ਗਿਆਨ ਧਿਆਨ ਕਿਛ ਕਰਮ ਨਾ ਜਾਣਾ ਸਾਰ ਨਾ ਜਾਣਾ ਤੇਰੀ ਸਭ ਤੇ ਵੱਡਾ ਸਤਿਗੁਰ ਨਾਨਕ ਜਿਨ ਕਲ ਰਾਖੀ ਮੇਰੀ ਗੁਰੂਆਂ ਦੇ ਗੁਰੂ ਪੀਰਾਂ ਨੇ ਪੀਰ ਬਲੀਆਂ ਦੇ ਬਲੀ ਬਾਬਿਆਂ ਦੇ ਬਾਬੇ ਬਾਰੀ ਬਰਹਕ ਮਾਲਕੇ ਕਾਇਨਾਤ ਹਸਤੀਏ ਮੁਕੱਦਸ ਲਾ ਇੰਤਹਾ ਮਾਹੇ ਜਵੀ ਸ਼ਾਹੇ ਖੂਬਾਂ ਕਾਦਰੇ ਮੁਤਲਕ ਤਖਤ ਦੇ ਉੱਤੇ ਸਜ ਬੈਠੇ ਦਸਾਂ ਪਾਤਸ਼ਾਹੀਆਂ ਦਾ ਆਤਮਕ ਸਵਰੂਪ ਸੰਗਤ ਜੀ ਉਹ ਜੋਤ ਜਿਹੜੀ ਜੋਤ ਤੋਂ ਜਿਹੜੇ ਪ੍ਰਕਾਸ਼ ਤੋਂ ਸਭ ਕੁਝ ਬਣਿਆ ਉਹ ਅਕਾਲ ਪੁਰਖ ਸ੍ਰੀ ਵਾਹਿਗੁਰੂ ਜੀ ਦਾ ਪ੍ਰਕਾਸ਼ ਦਸਈ ਪਾਤਸ਼ਾਹੀਆਂ ਜੋਤ ਓਹਾ ਜੁਗਤ ਸਾਏ ਸਹਿ ਕਾਇਆ ਫੇਰ ਪਲਟੀਐ ਕਾਇਆ ਉਹ ਪਲਟਦੀ ਨਹੀਂ ਜੋਤ ਵੀ ਉਹ ਤੇ ਜੁਗਤੀ ਵੀ ਉਹ ਉਹੀ ਜੋਤ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ
ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸ੍ਰੀ ਹਜ਼ੂਰ ਸਾਹਿਬ ਅਬਚਲ ਨਗਰ ਗੋਬਿੰਦ ਗੁਰੂ ਕਾ ਨਾਮ ਜਪਤ ਸੁਖ ਪਾਇਆ ਰਾਮ। ਮਨ ਇੱਛੇ ਸਹੀ ਫਲ ਪਾਏ ਕਰਤੇ ਕਰਤੈ ਆਪ ਆਪ ਬਸਾਇਆ ਬਸਾਇਆ ਰਾਮ। ਸ੍ਰੀ ਹਜ਼ੂਰ ਸਾਹਿਬ ਖਾਲਸਾ ਜੀ ਕੀ ਹੁਕਮ ਕੀਤਾ? ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਕਹਿੰਦੇ ਆਗਿਆ ਭਈ ਅਕਾਲ ਕੀ। ਸ੍ਰੀ ਅਕਾਲ ਪੁਰਖ ਵਾਹਿਗੁਰੂ ਜੀ ਨੇ ਆਗਿਆ ਹੁਕਮ ਕੀਤਾ, ਤभी ਚਲਾਇਓ ਪੰਥ। ਤਦੋਂ ਤੋਂ ਹੀ ਉਸ ਦੇ ਹੁਕਮ ਦੇ ਵਿੱਚ ਪੰਥ ਪ੍ਰਗਟ ਕੀਤਾ ਗਿਆ। ਮਹਾਰਾਜ ਕਹਿੰਦੇ ਮੈਂ ਆਪ ਨਹੀਂ ਕੁਝ ਕੀਤਾ, ਅਕਾਲ ਪੁਰਖ ਜੀ ਦਾ ਹੁਕਮ ਹੋਇਆ ਪੰਥ ਪ੍ਰਗਟ ਕਰਨੇ ਦਾ। ਔਰ ਨਾਲ ਹੀ ਇਹ ਵੀ ਹੁਕਮ ਹੋਇਆ ਜਾਓ ਧਰਮ ਹੁੰਦਾ ਕੀ ਏ? ਕਿ ਸਿੱਖ ਧਰਮ ਆਪਾਂ ਕਹਿ ਦਿੰਦੇ ਆ ਸਿੱਖੀ ਇਹ ਤੇ ਵੇ ਆਫ ਲਾਈਫ, ਜ਼ਿੰਦਗੀ ਜਿਉਣੀ ਕਿੱਦਾਂ, ਉਹ ਕੁਝ ਖਾਲਸਾ ਜੀ ਉਹ ਕੁਝ ਸਤਿਗੁਰਾਂ ਨੇ ਸਾਨੂੰ ਸਿਖਾਇਆ, ਉਹ ਕੁਝ ਝੋਲੀ ਪਾਇਆ ਜਿਹੜਾ ਅੱਜ ਅਗਰ ਅਸੀਂ ਜਿਸ ਤਰ੍ਹਾਂ ਸਤਿਗੁਰਾਂ ਨੇ ਸਾਨੂੰ ਕਿਹਾ ਨਾ ਉਸ ਆਸ਼ੇ ਅਨੁਸਾਰ ਆਪਣੇ ਜੀਵਨ ਨੂੰ ਆਪਣੀ ਜ਼ਿੰਦਗੀ ਨੂੰ ਇਹਨਾਂ ਸਵਾਸਾਂ ਨੂੰ ਲੈ ਕੇ ਚੱਲੀਏ ਤੇ ਸਵਾਸ ਸਾਡਾ ਇੱਕ ਵੀ ਬਿਰਥਾ ਨਹੀਂ, ਇੱਕ ਵੀ ਭੈੜਾ ਨਹੀਂ, ਇੱਕ ਵੀ ਮੰਦਾ ਨਹੀਂ, ਸਾਰੇ ਹੀ ਸਫਲ ਨੇ। ਸਤਿਗੁਰਾਂ ਨੇ ਵੱਡੀਆਂ ਮਿਹਰਾਂ ਵਰਤਾਈਆਂ। ਮਹਾਰਾਜ ਨੇ ਹੁਕਮ ਕੀਤਾ ਗੁਰਸਿੱਖਾ ਮਨੁੱਖਾ ਜਾਮਾ ਮਿਲਿਆ ਈ। ਹੁਣੇ ਭਾਈ ਸਾਹਿਬ ਜੀ ਵੈਰੋਵਾਲ ਸਾਹਿਬ ਗੁਰਮੁਖ ਪਿਆਰੇ ਜਿੱਥੇ ਵਿਦਵਾਨ ਪੁਰਸ਼ ਨੇ ਉੱਚ ਕੋਟੀ ਦੇ ਕਵੀ ਨੇ ਪਿਆਰੀਆਂ ਰੂਹਾਂ ਦੂਸਰੇ ਵੀਰ ਜੀ ਸਾਰੀ ਅਦਬ ਦੇ ਵਿੱਚ ਤੁਸੀਂ ਬੈਠੇ ਸੀ ਤੇ ਮਹਾਰਾਜ ਜੀ ਨੇ ਕਿਰਪਾ ਕੀਤੀ ਭਈ ਪ੍ਰਾਪਤ ਮਾਨੁਖ ਦੇ ਹੁਰੀਆ ਗੋਬਿੰਦ ਮਿਲਣ ਕੀ। ਇਹ ਤੇਰੀ ਵਰੀਆ, ਇਹ ਤੇਰੀ ਵਰੀਆ ਮਿਲਣੇ ਦੀ। ਜੇ ਬੱਚਿਆਂ ਤੱਕ ਇਹ ਗੱਲ ਕਹੀਏ ਜੀ ਅਸੀਂ ਤੇ ਬੱਚੇ ਪਾਲਣੇ, ਕੰਮ ਕਾਜ ਕੌਣ ਕਰੂ? ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਬੱਚੇ ਤੇ ਪਸ਼ੂਆਂ ਦੇ ਵੀ ਨੇ, ਬੱਚੇ ਤੇ ਪੰਛੀ ਵੀ ਪਾਲਦੇ ਆ। ਔਰ ਪਸ਼ੂ ਮਿਲੇ ਚੰਗਿਆਈਆਂ ਖਰ ਖਾਵੇ ਅੰਮ੍ਰਿਤ ਦੇ, ਤੂੰ ਮਨੁੱਖ ਹੈ ਗੁਰ ਸੇਵਾ ਤੇ ਭਗਤ ਕਮਾਈ। ਤਾਬੇ ਮਾਨਸ ਦੇ ਹੀ ਪਾਈ। ਇਹਦੇ ਅਰਥ ਇਹ ਨਹੀਂ ਵੀ ਸੇਵਾ ਕੀਤੀ ਸਿਮਰਨ ਕੀਤਾ ਤਾਂ ਤੈਨੂੰ ਦੇਹ ਮਿਲੀ, ਇਹਦੇ ਅਰਥ ਇਹ ਨਹੀਂ। ਇਹਦੇ ਅਰਥ ਤਾਂ ਮਨੁੱਖ ਹੈ ਓਏ ਤਾਂ ਜਾਣਾਂਗੇ ਤੂੰ ਮਨੁੱਖੇ ਜਾਮੇ ਵਿੱਚ ਜੇ ਸੇਵਾ ਸਿਮਰਨ ਕਰੇਗਾ ਔਰ ਉਸ ਪ੍ਰਭੂ ਅਕਾਲ ਪੁਰਖ ਵਾਹਿਗੁਰੂ ਦੀ ਉਸਤਤੀ ਕਰੇਗਾ। ਮਹਾਰਾਜ ਜੀ ਨੇ ਸਪਸ਼ਟ ਕਹਿ ਦਿੱਤਾ, ਕਹਿੰਦੇ ਕਹੋ ਨਾਨਕ ਇਹੋ ਤਤ ਵਿਚਾਰਾ। ਤਤ ਜ਼ਿੰਦਗੀ ਦਾ ਤਜਰਬਾ ਅਗਰ ਕਿਸੇ ਕੋਲ ਹੋਵੇ ਕਹਿੰਦਾ ਮੈਂ ਜ਼ਿੰਦਗੀ ਦਾ ਤਤ ਕੱਢਿਆ ਹੋਇਆ। ਮਹਾਰਾਜ ਕਹਿੰਦੇ ਤਤ ਕੱਢਦਾ, ਕਿਹੜਾ ਤਤ? ਬਿਨ ਹਰ ਭਜਨ ਨਹੀਂ ਛੁਟਕੜਾ। ਮਹਾਰਾਜ ਕਹਿੰਦੇ ਸਿਮਰਨ ਤੋਂ ਬਿਨਾਂ ਨਹੀਂ ਛੁੱਟ ਹੋਣਾ। ਭਾਗਾਂ ਵਾਲੇ ਰੋਜ਼ ਸ੍ਰੀ ਸੁਖਮਨੀ ਸਾਹਿਬ ਪੜ੍ਹਦੇ ਨੇ। ਖਾਲਸਾ ਜੀ ਅਗਰ ਅਸੀਂ ਬਾਣੀ ਪੜ੍ਹੀਏ ਤੇ ਨਾਲ ਕਿਤੇ ਵਿਚਾਰ ਲਈਏ ਨਾ, ਵਿਚਾਰ ਕੇ ਜਦੋਂ ਬਾਣੀ ਪੜ੍ਹਨ ਦੀ ਸੱਚੇ ਪਾਤਸ਼ਾਹ ਨੇ ਕਿਰਪਾ ਕਰ ਦਿੱਤੀ, ਰਹਿਮਤ ਕਰ ਦਿੱਤੀ ਤੇ ਯਾਦ ਰੱਖਿਓ ਫਿਰ ਇੱਧਰ ਉੱਧਰ ਦੀ ਭਟਕਣੀ ਚਿਤਵਣੀ ਮਿਟ ਜਾਏਗੀ। ਮਹਾਰਾਜ ਸੱਚੇ ਪਾਤਸ਼ਾਹ ਦੇ ਨੇੜੇ 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 ਇੰਨੇ ਕੁ ਨੇੜੇ। ਮਹਾਰਾਜ ਕਹਿੰਦੇ ਜਪ ਜਪੇਗਾ, ਜਪਣਾ ਹੀ ਸੂਖਸ਼ਮ ਔਰ ਅਸਥੂਲ ਅਤੇ ਕਾਰਨ ਆਪਾਂ ਦੇ ਕੋਈ ਸਰੀਰ ਆ ਮੰਨ ਲਿਆ ਨਾ, ਸੂਖਸ਼ਮ ਅਸਥੂਲ ਕਾਰਨ। ਮਹਾਰਾਜ ਕਹਿੰਦੇ ਕਦੇ ਉਹਦੇ ਨਾਲ ਜਦੋਂ ਇੱਕ ਮਿਕ ਹੋਣਾ ਉਦੋਂ ਫਿਰ ਕਾਰਨ ਦੇ ਵਿੱਚ ਨਾ ਰਿਹਾ ਕਰ। ਮਹਾਰਾਜ ਨੂੰ ਵੀ ਤਾਂ ਕਿਹਾ ਸੀ ਗੁਰੂ ਨਾਨਕ ਦੇਵ ਜੀ ਨੂੰ, ਮਹਾਰਾਜ ਕਹਿੰਦੇ ਉਹ ਅੱਲਾ ਰਾਮ ਕੇ ਪਿੰਡ ਪ੍ਰਾਣ, ਨਾ ਕੋਈ ਹਿੰਦੂ ਨਾ ਕੋਈ ਮੁਸਲਮਾਨ, ਜੇ ਸਾਰੇ ਹੀ ਇੱਕੋ ਹੀ ਆ ਫਿਰ ਆਓ ਨਮਾਜ਼ ਤੁਸੀਂ ਵੀ ਪੜ੍ਹੋ। ਮਹਾਰਾਜ ਕਹਿੰਦੇ ਇੱਕ ਸ਼ਰਤ ਤੇ ਪੜਾਂਗਾ, ਪੜਦਾ ਤੁਸੀਂ ਪੜੋਗੇ ਤਾਂ ਪੜਾਂਗਾ। ਮਹਾਰਾਜ ਖਲੋਤੇ ਰਹੇ, ਕਹਿੰਦੇ ਮਹਾਰਾਜ ਤੁਸੀਂ ਪੜ੍ਹੀ ਨਹੀਂ। ਮਹਾਰਾਜ ਕਹਿੰਦੇ ਤੁਹਾਡੇ ਨਾਲ ਕੀ ਵਾਅਦਾ ਸੀ, ਤੁਸੀਂ ਪੜੋਗੇ ਮੈਂ ਵੀ ਪੜਾਂਗਾ। ਮਹਾਰਾਜ ਅਸੀਂ ਤੇ ਪੜ੍ਹੀ ਆ। ਕੰਨਾਂ ਨੂੰ ਹੱਥ ਲਾਏ ਸੱਚੇ ਪਾਤਸ਼ਾਹ ਸਜਦੇ ਕੀਤੇ, ਕਿੰਨੀ ਵਾਰੀ ਝੁਕੇ ਆ। ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਓਏ ਤੇਰਾ ਦਿਲ ਖੜਾਵੇ ਮੁੰਡੇ ਕੁੜੀਆਂ ਤੇ ਸਜਦੇ ਕਰੀ ਮਸੀਤੀ। ਬੁੱਲੇ ਸ਼ਾਹ ਵੀ ਕਹਿੰਦਾ ਰੱਬ ਦੇ ਨਾਲ ਵੀ ਦੁਨੀਆਦਾਰਾ ਤੇ 420 ਕੀਤੀ। ਸੱਚ ਮਹਾਰਾਜ ਨੇ ਸਪਸ਼ਟ ਕਿਹਾ, ਆਂਦੇ ਕੋਈ ਘੋੜੀਆਂ ਖਰੀਦਦਾ ਫਿਰਦਾ, ਕੋਈ ਬਛੇਰੀਆਂ ਵਿਛਾਉਂਦਾ ਫਿਰਦਾ, ਏਦਾਂ ਨਮਾਜ਼ਾਂ ਪੜ੍ਹਨ ਦੀਆਂ। ਮਹਾਰਾਜ ਜੀ ਕਹਿੰਦੇ ਸੱਜਣਾ ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ ਅਬਰਕਾਜ। ਤੇਰੇ ਕਿਤੇ ਨਾ ਕੰਮ
ਅਸੀਂ ਕਹਿੰਦੇ ਅਸੀਂ ਤਾਂ ਜੀ ਦੂਜੇ ਕੰਮ ਕਰਦੇ ਆ, ਮਹਾਰਾਜ ਕਹਿੰਦੇ ਕਿਰਤ ਕਰ। ਭਾਈ ਸਾਹਿਬ ਨੇ ਸਪਸ਼ਟ ਕਰ ਦਿੱਤਾ, ਕਿਰਤ ਬਿਰਤ ਕਰ ਧਰਮ ਧਰਮ ਦੀ। ਹੱਥੋਂ ਦੇ ਕੇ ਭਲਾ ਮਨਾਏ। ਭਲਾ ਮਨਾਏ, ਇਹ ਨਹੀਂ ਵੀ ਹੱਥੋਂ ਦੇ ਕੇ ਤੇ ਮੁੜ ਕੇ ਬੜਾ ਕੁਝ ਕਹਿੰਦਾ ਘੁੰਮਦਾ ਫਿਰੇ। ਭਲਾ ਭਲੇ ਅਰਥ ਲੱਗ ਗਿਆ, ਬਚ ਜਾਏਗਾ। ਕਲਗੀਧਰ ਜੀ ਸਪਸ਼ਟ ਕਹਿੰਦੇ, ਮਹਾਰਾਜ ਕਹਿੰਦੇ ਜੋ ਬਾਬੇ ਕੇ ਦਾਨ ਨਾ ਦਹਿ ਹੈ ਤਿੰਨ ਤੇ ਗਏ ਬਾਬਰ ਕੇ ਲੈ ਹੈ। ਬਾਬੇ ਕਿਆਂ ਨੂੰ ਨਹੀਂ, ਬਾਬਰ ਕਿਆਂ ਨੂੰ ਦੇਣਾ ਪੈ ਜਾਏਗਾ। ਯਾਦ ਰੱਖ, ਦਸਵੰਧ ਦੀ ਮਰਿਆਦਾ ਬਣਾਈ, ਸਵਾਸਾਂ ਦਾ ਦਸਵੰਧ। ਭਾਗਾਂ ਵਾਲੇ ਲੋਕੀ ਕਹਿੰਦੇ ਜੀ 2.5 ਘੰਟੇ ਕੱਢ ਲਓ। ਓਏ ਰੱਬ ਦੇ ਪਿਆਰੇ ਕਹਿੰਦੇ ਉਹ 2.5 ਘੰਟੇ ਜ਼ਿੰਦਗੀ 'ਚ ਸੌਣ ਨੂੰ ਬੜੇ ਆ ਬਾਕੀ ਰਹਿੰਦਾ ਸਮਾਂ ਬਾਬੇ ਬਘੇਲ ਸਿੰਘ ਹੋਰਾਂ ਦਾ ਜ਼ਿਕਰ ਛਿੜਦਾ। ਦਿੱਲੀ ਦੇ ਲਾਲ ਕਿਲੇ ਨੂੰ ਝੁਕਾਤਾ, ਤਖਤ ਪੈਰਾਂ ਦੇ ਵਿੱਚ ਬਿਠਾਤਾ। ਸਿੰਘ ਸਾਹਿਬ ਬਾਬਾ ਜੱਸਾ ਸਿੰਘ ਜੀ ਆਹਲੂਵਾਲੀਆ ਸਾਹਿਬ ਖਾਲਸਾ ਜੀ, ਕਦੇ ਉਹਨਾਂ ਦੇ ਜੀਵਨ ਪੜ੍ਹੇ ਸੁਣੇ ਵਿਚਾਰੇ? ਕਿੱਡੇ ਕਿੱਡੇ ਬਲੀ, ਕਿੱਡੇ ਕਿੱਡੇ ਯੋਧੇ ਜਰਨੈਲ। ਅਸੀਂ ਤੇ ਖਾਣ ਪਾਣ ਤੋਂ ਹੀ ਲੜੀ ਜਾਂਦੇ ਆ, ਆਹ ਕੀ ਪਾ ਲਿਆ, ਆਹ ਕੀ ਖਾ ਲਿਆ। ਉਹਨਾਂ ਦੇ ਜੀਵਨ ਸੀ 18 ਘੰਟੇ ਦਾ ਨਿਤਨੇਮ। ਨਿਤਨੇਮ ਦਾ ਮਤਲਬ ਇਹ ਨਹੀਂ ਵੀ ਚੌਂਕੜਾ ਲਾ ਕੇ ਸਿਮਰਨ ਕਰਨਾ ਸ਼ੁਰੂ ਕਰ ਦਿੱਤਾ ਤੇ ਬੈਠੇ ਰਹੇ। ਉਹ ਘੋੜਿਆਂ ਨੂੰ ਖਰਖਰੇ ਕਰਦੇ ਵੀ ਪਰਮੇਸ਼ਰ ਨਹੀਂ ਭੁੱਲਿਆ। ਖਾਲਸਾ ਜੀ, ਬਰਤਨਾਂ ਨੂੰ ਸੋਧਾ ਲਾਇਆ ਜਾ ਰਿਹਾ। ਰੱਬ ਦੇ ਪਿਆਰੇ ਅੱਜ ਵੀ ਨੇ। ਸੰਧਿਆ ਦਾ ਵੇਲਾ, ਰਹਿਰਾ ਸਾਹਿਬ ਦੀ ਬਾਣੀ ਪੜ੍ਹੀ, ਵੈਰੋਵਾਲ ਦੇ ਨਜ਼ਦੀਕ ਹੀ ਲੱਗਦੇ ਯੋਧਿਆਂ ਦੀਆਂ ਧਰਤੀ ਆ ਉਹ ਸਾਰੀ। ਖਡੂਰ ਸਾਹਿਬ ਕਿਤੇ ਬੜੇਂਗ ਭਾਈ ਸਾਹਿਬ, ਭਾਈ ਗੁਰੂ ਕਾ ਲਾਲ ਅਨੋਖ ਸਿੰਘ ਅੱਜ ਦੇ ਸਮੇਂ 'ਚ ਹੋਇਆ। ਸੰਗਤ ਜੀ, ਲੱਕ ਤੋੜ ਦਿੱਤਾ ਕੁੱਟ-ਕੁੱਟ ਕੇ, ਅੱਖਾਂ ਲਮਕ ਰਹੀਆਂ, ਬਾਹਾਂ ਟੁੱਟੀਆਂ ਹੋਈਆਂ। ਔਰ ਜਦ ਸੰਧਿਆ ਵੇਲਾ ਹੋਇਆ, ਆਵਾਜ਼ ਦੇ ਕੇ ਕਹਿੰਦਾ ਓਏ ਕੋਈ ਹੈ ਲਾਗੇ, ਮੈਨੂੰ ਥੋੜਾ ਜਿਹਾ ਸਾਵਧਾਨ ਕਰਕੇ ਬਿਠਾ ਦਿਓ, ਕੋਈ ਢਾਸਣਾ ਲਵਾ ਦਿਓ, ਕਿਉਂਕਿ ਰਹਿਰਾ ਸਾਹਿਬ ਦਾ ਵਕਤ ਹੋ ਗਿਆ। ਮੈਂ ਰਹਿਰਾ ਸਾਹਿਬ ਦਾ ਪਾਠ ਕਰਨਾ। ਵਾਹਿਗੁਰੂ। ਅੰਗ ਚੂਰੋ ਚੂਰ। ਵਾਹਿਗੁਰੂ। ਉਹ ਸਿੱਖੀ ਸਿੱਖਾ, ਸਿਦਕ ਨਿਭਾਉਣ ਦੀਆਂ ਮੰਜ਼ਲਾਂ ਦੂਰ ਨੇ, ਅੱਖਰ ਦੋ ਨੇ। ਉਹ ਵਿਦਵਾਨ ਕਹਿੰਦਾ ਤੂੰ ਕੀ ਜਾਣੇ। ਵਿਦਵਾਨ ਗੁਣੀ ਜਨ ਬੈਠੇ ਹੋ, ਕਵੀ ਜਨ ਬੈਠੇ ਹੋ। ਚਰਨ ਸਿੰਘ ਸਫਰੀ ਨੇ ਲਿਖਿਆ ਸੀ ਕਿਸੇ ਵੇਲੇ, ਉਹ ਕਹਿੰਦਾ ਤੂੰ ਕੀ ਜਾਣੇ ਭੋਲਿਆ ਸਿੱਖਾ। ਕਿਸ ਵਸਤੂ ਦਾ ਨਾਂ ਹੈ ਸਿੱਖੀ? ਕੀ ਆ ਸਿੱਖੀ? ਓਏ ਗਾੜਾ ਖੂਨ ਸ਼ਹੀਦਾਂ ਦਿੱਤਾ, ਚਮਕ ਰਹੀ ਹੈ, ਚਮਕ ਰਹੀ ਹੈ ਤਾਂ ਹੈ ਸਿੱਖੀ। ਮੇਰੇ ਸਤਿਗੁਰੂ ਤੇਗ ਬਹਾਦਰ ਸਿੱਖੀ, ਪੂਜਿਆ ਗੁਜਰੀ ਮਾਂ ਹੈ ਸਿੱਖੀ। ਓਏ ਵਿਰਲਾਈ ਕੋਈ ਬਹਿ ਸਕਦਾ, ਨੰਗੀਆਂ ਤੇਗਾਂ ਤਲਵਾਰਾਂ ਦੀ ਸ਼ਾਨ ਹੈ ਸਿੱਖੀ। ਦੇਗਾ ਭਾਈ ਦਿਆਲੇ ਜੀ ਦਾ, ਮਤੀ ਦਾਸ ਦਾ ਆਰਾ ਸਿੱਖੀ। ਆਹ ਕੇਸਗੜ੍ਹ ਵਿੱਚ ਸਿਰ ਕਟਵਾ ਕੇ ਮਿਲਦੀ ਓਏ ਸਰਦਾਰਾ ਸਿੱਖੀ। ਸਿਰ ਦੇਣਾ ਪੈਂਦਾ ਹੀ ਪਹਿਲਾਂ, ਮਰਨ ਕਬੂਲ ਪਹਿਲੀ ਸ਼ਰਤ ਏ। ਜੀਵਨ ਕੀ ਛੱਡ ਆਸ, ਹੋ ਸਭਨਾ ਕੀ ਰੇਣੁਕਾ। ਤਾਂ ਆਓ ਹਮਾਰੇ ਪਾਸ। ਅਸੀਂ ਤੇ ਅੱਜ ਸਿੱਖ ਨੂੰ ਵੇਖ ਕੇ ਮਹਾਰਾਜ ਗੁਰੂ ਕਰੇ ਕਿਰਪਾ, ਪਿਆਰ ਵਾਲਿਆਂ ਨੂੰ ਚਾਹ ਚੜਦਾ। ਓਏ ਮੇਰੀ ਕੌਮ ਦੇ ਹੀਰੇ ਨੇ, ਮੇਰੀ ਕੌਮ ਦੇ ਪਿਆਰੇ ਨੇ। ਭਾਗਾਂ ਵਾਲਿਓ, ਗੁਰੂ ਕਾ ਸਿੱਖ ਇਹ ਤੇ ਦੂਜਿਆਂ ਨੂੰ ਵੀ ਆਪਣੀ ਬੁੱਕਲ ਵਿੱਚ ਲੈ ਕੇ ਚੱਲੇ। ਇਹਦੇ ਉੱਤੇ ਤੇ ਏਡੀ ਕਿਰਪਾ, ਇਹ ਤੇ ਤੁਰਿਆ ਜਾਂਦਾ ਹੋਵੇ, ਅਗਲਾ ਵੀ ਚਾਹ ਕਰੇ। ਹੋਣਾ ਕੀ ਚਾਹੀਦਾ? ਚਾਰ ਮਿਲੇ, ਨੇਤਰ ਮਿਲਣ ਇੱਕ ਦੂਜੇ ਨਾਲ ਤੇ 64 ਖਿਲੇ, 32 ਦੰਦ ਉਹਦੇ ਮੁਸਕਰਾਏ, ਉਧਰ ਉਹ ਮੁਸਕਰਾਏ। 20 ਮਿਲੇ ਕਰ ਜੋੜ ਜੋੜ ਕਰ ਹੱਥ, ਐਦਾਂ ਐਦਾਂ ਜੁੜ ਜਾਣਾ ਹੱਥ। ਇੱਕ ਦੂਜੇ ਨੂੰ ਵੇਖਿਆ ਹੱਥ ਜੁੜ ਗਏ। ਜੁੜਦੇ ਨੇ ਪਿਆਰ ਵਾਲਿਆਂ ਦੇ, ਪੁਰਾਤਨ ਤੇ ਜੋੜਦੇ ਸੀ, ਅੱਜ ਵਾਲੇ ਵੀ ਪਿਆਰ ਵਾਲੇ ਜੋੜਦੇ ਨੇ। ਗੁਰਸਿੱਖ ਕਹੋ ਗੁਰਸਿੱਖ ਮਿਲੇ, ਫੂਲਤ 7 ਕਰੋੜ, 3.5 ਕਰੋੜ ਰੋਮ ਅਨੁਮਾਨ ਹੈ ਅੱਜ ਦਾ ਸਾਇੰਸ ਦਾ। ਇੱਕ ਬੋਡੀ ਉੱਤੇ, ਸਰੀਰ ਤੇ ਔਰ ਰੋਮ ਰੋਮ ਕਰਕੇ ਪ੍ਰਸੰਨਤਾ ਹੋ ਜਾਏ। ਇਹੋ ਜੀ ਗੁਰੂ ਕੀ ਕਿਰਪਾ ਵਰਤ ਜਾਏ। ਗੁਰੂ ਨਾਨਕ ਦਿਆ ਸਿੱਖਾ, ਨਾ ਕੋ ਵੈਰੀ ਨਹੀਂ ਬੇਗਾਨਾ, ਸਗਲ ਸੰਗ ਹਮਕੋ ਬਣਾਈ। ਹਾਂ, ਜਿੱਥੇ ਧਰਮ ਕਰਮ ਦੀ ਗੱਲ, ਸਾਡੇ ਸਤਿਗੁਰੂ ਇਹ ਵੀ ਸਮਝਾਇਆ, ਪ੍ਰੇਮ ਦੇ ਵਿੱਚ ਚੱਲਣਾ, ਪ੍ਰੇਮ ਦੀ ਖੇਡ ਖੇਡਣੀ ਆ। ਪ੍ਰੇਮ ਦੀ ਇਸ ਖੇਡ ਨੂੰ ਖੇਡਣਾ ਓਏ ਚਾਹੁੰਦਾ ਹੈ ਕੋਈ ਖੇਡਣਾ, ਉਹਨੂੰ ਧਰ ਕੇ ਸੀਸ ਤਲੀ ਤੇ ਆ ਗਲੀ ਆਉਣਾ ਪਵੇਗਾ। ਖੇਡ ਇਹ ਕੋਈ ਹੋਰ ਹੈ, ਇਹ ਖੇਡਾਂ ਜਈ ਨਹੀਂ ਖੇਡ ਇਹ। ਇੱਥੇ ਤੇ ਸਿਰ ਦੇ ਕੇ ਪਿਆਰੇ ਨੂੰ ਮਨਾਉਣਾ ਪਵੇਗਾ। ਜਾਓ ਤਾਂ ਪ੍ਰੇਮ ਖੇਲਣ। ਹਾਂਜੀ, ਜਾਓ ਤਾਂ ਪ੍ਰੇਮ ਖਿਲਣ ਕਾ ਜਾਓ, ਸਿਰ ਤਰ ਤਲੀ ਗਲੀ ਮੇਰੀਆ, ਇਤ ਮਾਰਗ ਪੈਰ ਤਰੀ ਜੈ, ਸਰ ਦੀ ਜੈ ਕਾਨ ਨਾ ਕੀ ਜੈ। ਸੀਸ ਨੂੰ ਤਲੀ ਦੇ
ਇਸ਼ਕ ਦੇ ਸੱਚੇ ਇਸ਼ਕ ਦੇ ਵਪਾਰ ਦੇ ਵਪਾਰੀਆ ਸੱਚੇ ਇਸ਼ਕ ਦੇ ਵਪਾਰ ਦੇ ਵਪਾਰੀਆ ਉਹ ਦੂਜੀ ਰੱਖਣੀ ਨਹੀਂ ਆਸ ਹੋਣਾ ਹੋਣਾ ਪਊ ਪਊਗਾ ਨਿਰਾਸ਼ ਪਿੱਛੋਂ ਹੋਈ ਨਾ ਉਦਾਸ ਪੀਲਾ ਸਬਰ ਪਿਆਲਾ ਭਰ ਕੇ ਲੰਘਣਾ ਜੇ ਪ੍ਰੇਮ ਦੀ ਗਲੀ ਆਜਾ ਸੀਸ ਨੂੰ ਤਲੀ ਦੇ ਉੱਤੇ ਧਰ ਕੇ ਲੰਘਣਾ ਜੇ ਪ੍ਰੇਮ ਦੀ ਗਲੀ ਗੱਲ ਸੁਣ ਲਾ ਅਖੀਰ ਵਾਲੀ ਸੱਜਣਾ ਗੱਲ ਸੁਣ ਲੈ ਅਖੀਰ ਵਾਰੀ ਸੱਜਣਾ ਗੱਲ ਸੁਣ ਲੈ ਅਖੀਰ ਵਾਰੀ ਸੱਜਣਾ ਜੇ ਤਾਂ ਡਰ ਕੇ ਪਿੱਛੇ ਨੂੰ ਭੱਜਣਾ ਜੇ ਤੂੰ ਡਰ ਕੇ ਪਿੱਛੇ ਨੂੰ ਭੱਜਣਾ ਸ਼ੌਂਕੀ ਗੁਰਾਂ ਦਾ ਉਹ ਸੱਚੇ ਗੁਰਾਂ ਦਾ ਦੁਬਾਰਾ ਨਹੀਂ ਉਹ ਲੱਜਣਾ ਸੱਚਾ ਦੁਰਾਂ ਦਾ ਦੁਬਾਰਾ ਨਹੀਂ ਉਹ ਲੱਜਣਾ ਛੇੜੇ ਲੰਘ ਜਾਂਦੇ ਪਾਰ ਪਾਉਂਦੇ ਗੁਰਾਂ ਦਾ ਦੀਦਾਰ ਕੱਚੇ ਹੱਥ ਵਿੱਚ ਕਰ ਰਹਿੰਦੇ ਸੋਹਣੀ ਦੇ ਘੜੇ ਦੇ ਵਾਂਗੂ ਖੜ ਕੇ ਲੰਘਣਾ ਜੇ ਪ੍ਰੇਮ ਦੀ ਗਲੀ ਆਜਾ ਸੀਸ ਨੂੰ ਤਲੀ ਦੇ ਉੱਤੇ ਧਰ ਕੇ ਲੰਘਣਾ ਜੇ ਪ੍ਰੇਮ ਦੀ ਗਲੀ ਆਜਾ ਸੀਸ ਨੂੰ ਤਲੀ ਦੇ ਉੱਤੇ ਧਰ ਕੇ ਲੰਘਣਾ ਜੇ ਪ੍ਰੇਮ ਦੀ ਗਲੀ ਦੇ ਕੇ ਗੁਰੂ ਦੀ ਬਰਕਤ ਬਖਸ਼ਿਸ਼ ਮਿਲ ਜਾਏ ਸੌਦਾ ਸਸਤਾ ਹੀ ਏ ਸਿਰ ਦੀ ਖੇਡ ਏ। ਆਓ ਜਿਨ੍ਹਾਂ ਨੇ ਇਹ ਖੇਡ ਨੂੰ ਖੇਡਿਆ ਉਹ ਰੱਬ ਦੇ ਪਿਆਰੇ ਉਹ ਫਿਰ ਮਰਦੇ ਨਹੀਂ। ਮਰਦਾ ਕੌਣ ਏ? ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਬਾਣੀ ਭਗਤ ਸਾਹਿਬਾਨਾਂ ਦੇ ਰਾਹੀਂ ਵੀ ਮਹਾਰਾਜ ਨੇ ਗਿਆਨ ਬਖਸ਼ਿਆ ਵੀ ਕਿਹੜਾ ਮਰਿਆ ਕੌਣ ਮਰਿਆ ਬਈ ਵਿਚਾਰ ਤੇ ਕਰੋ। ਆ ਸਰੀਰ ਹੈ ਜਿਹੜਾ ਇਹ ਪੰਜ ਤੱਤਾਂ ਤੋਂ ਬਣਿਆ ਧਰਤ ਆਕਾਸ਼ ਪਾਉਣ ਪਾਣੀ ਅੱਗ ਪੰਜੇ ਹੀ ਤੱਤ ਨੇ। ਪੰਜੇ ਹੀ ਤੱਤ ਜਦੋਂ ਉਹ ਪਰਮੇਸ਼ਰ ਦੀ ਚੀਜ਼ ਜਿਹੜੀ ਆਤਮਾ ਪ੍ਰਮਾਤਮਾ ਕੀ ਅੰਸ਼ ਉਹ ਨਿਕਲ ਜਾਂਦੀ ਏ ਇਹ ਪੰਜੇ ਹੀ ਤੱਤ ਤੱਤਾਂ ਵਿੱਚ ਰਲ ਜਾਂਦੇ ਨੇ ਸੰਗਤ ਜੀ। ਪਰ ਉਹ ਅੱਜ ਉਹ ਬੋਲ ਰਹੀ ਏ ਇਹ ਆਪਣੀ ਨਹੀਂ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਓਏ ਤੇਰੇ ਵਿੱਚ ਇਹ ਬੋਲਣ ਵਾਲਾ ਕੌਣ ਹੀ ਕਦੇ ਵਿਚਾਰ ਕੀਤੀ ਏ ਕਿਤੇ ਉਹੀ ਤੈਨੂੰ ਜਿਹਨੂੰ ਤੂੰ ਬਾਹਰ ਲੱਭਦਾ ਫਿਰਦਾ ਉਹੀ ਏ। ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਸੁਣ ਜੋ ਬ੍ਰਹਮੰਡੇ ਸੋਈ ਪਿੰਡੇ ਜੋ ਖੋਜੈ ਸੋ ਪਾਵੇ ਬਾਹਰ ਨਾ ਲੱਭ। ਅਸੀਂ ਤੇ ਓ ਨੀਲੀ ਛੱਤ ਉਹ ਜਹਾਜ਼ਾਂ ਵਿੱਚ ਵੀ ਬਹਿ ਬੋ ਕੇ ਵੇਖਿਆ ਨੀਲੀ ਛੱਤ ਹੋਰ ਗਾਂ ਹੋ ਜਾਂਦੀ ਆ ਪਤਾ ਨਹੀਂ ਕਿੱਥੇ ਕੋਈ ਅੰਤ ਹੀ ਕੋਈ ਨਹੀਂ। ਮਹਾਰਾਜ ਕਹਿੰਦੇ ਉੱਥੇ ਨਹੀਂ ਇੱਥੇ ਅੰਦਰ ਝਾਕ। ਜੇ ਕਿਤੇ ਅੰਦਰ ਝਾਕਣਾ ਆ ਗਿਆ ਨਾ ਤੇ ਐਸੀਆਂ ਖੇਡਾਂ ਮਹਾਰਾਜ ਕਹਿੰਦੇ ਮੱਤ ਵਿੱਚ ਰਤਨ ਜਵਾਹਰ ਮਾਣਕ ਮੱਤ ਵਿੱਚ ਅੰਦਰ ਹੀ ਆ। ਜੇ ਇੱਕ ਗੁਰ ਕੀ ਓਏ ਆਪਣੇ ਸਤਿਗੁਰੂ ਨੂੰ ਸੁਣ ਲਾ ਤੇਰੇ ਸਤਿਗੁਰੂ ਨੇ ਐਸੀਆਂ ਮਹਾਰਾਜ ਕਹਿੰਦੇ ਸੁਣ ਲਾ ਫਿਰ ਮੰਨ ਲਾ ਵੱਡੀਆਂ ਵੱਡੀਆਂ ਉਡਾਰੀਆਂ ਲਾ ਲੈ ਛੱਡ ਦੇ ਗੱਲਾਂ ਇੱਧਰ ਉੱਧਰ ਦੀਆਂ। ਹਾਂ ਭਾਗਾਂ ਵਾਲਿਆ ਬੜੀ ਵੱਡੀ ਕਿਰਪਾ ਜਿਹੇ ਪ੍ਰਸਾਦ ਪ੍ਰਸਾਦ ਕਹਿੰਦੇ ਨੇ ਕਿਰਪਾ ਨੂੰ 36 ਹੀ ਅੰਮ੍ਰਿਤ ਖਾਹੇ। ਮਹਾਰਾਜ ਕਹਿੰਦੇ 36 ਤਰ੍ਹਾਂ ਦੇ ਅੰਮ੍ਰਿਤ। ਇਹਨਾਂ ਮੁਲਕਾਂ ਵਿੱਚ ਕੁਝ ਛਕਣ ਦੀਆਂ ਪਾਬੰਦੀਆਂ ਨਹੀਂ। ਇਹਨਾਂ ਮੁਲਕਾਂ ਵਿੱਚ ਕੁਝ ਖਾਣ ਪੀਣ ਦੀਆਂ ਘਾਟਾਂ ਨਹੀਂ ਪਹਿਨਣ ਦੀਆਂ ਘਾਟਾਂ ਨਹੀਂ। ਨੋਟਾਂ ਨਾਲ ਜੇਬਾਂ ਹੱਡ ਭੰਨ ਵੀ ਮਿਹਨਤ ਕਰਦੇ ਹੋ ਭਰੀਆਂ ਰਹਿੰਦੀਆਂ। ਪਰ ਇੱਕ ਅਦਬ ਨਾਲ ਬੇਨਤੀ ਕਰਾਂ ਭਾਗਾਂ ਵਾਲਿਓ ਮਹਾਰਾਜ ਕਹਿੰਦੇ ਜਿੰਨਾ ਕੁਝ ਮਰਜੀ ਏ ਜੇ ਜੁਗ ਚਾਰੇ ਆਰਜਾ ਹੋਰ ਦਸੂਣੀ ਹੋਏ ਨਵਾਂ ਖੰਡਾਂ ਵਿੱਚ ਜਾਣੀਏ ਨਾਲ ਚੱਲੇ ਸਭ ਕੋਏ ਚੰਗਾ ਨਾਉ ਰਖਾਏ ਕਹਿ ਜਸ ਕੀਰਤ ਜਗ ਲੈ ਜੇ ਤਿਸ ਨਦਰ ਨਾ ਆਵੇ ਤਾਂ ਬਾਤ ਨਾ ਪੁੱਛੇ ਕਿ ਗੱਲ ਨਦਰ ਦੀ ਆ। ਨਦਰ ਕਿੰਨਾ ਤੇ ਹੁੰਦੀ ਆ ਜਿਨ ਕੋ ਨਦਰ ਕਰਮ ਹੋ ਗਈ ਨਾ ਜਿਨ੍ਹਾਂ ਤੇ ਨਦਰ ਹੋ ਗਈ ਕਰਮ ਤਿਨਕਾਰ। ਫਿਰ ਕੀ ਹੋਇਆ ਜੀ ਨਾਨਕ ਨਦਰੀ ਨਦਰ ਨਿਹਾਲ ਉਹ ਨਦਰੀ ਨਦਰ ਨਿਹਾਲ ਉਹ ਤਰਸ ਹੈ। ਹੁਣੇ ਪੜਿਆ ਤਰਸ ਪਿਆ ਮਿਹਰਾਮਤ ਹੋਈ ਉਹ ਜੀ ਸਤਿਗੁਰ ਸੱਜਣ ਮਿਲਿਆ। ਤੇ ਅੱਗੇ ਮਹਾਰਾਜ ਜੀ ਪਤਾ ਕੀ ਕਹਿੰਦੇ ਨਾ ਮਿਲੇ ਤਾਂ ਜੀਵਾ ਜੀ ਨਾਨਕ ਨਾ ਮਿਲੇ ਨਾਮ ਮਿਲੇ ਨਾ ਮਿਲੇ ਤਾਂ ਜੀਵਾ ਜੀ ਨਾਨਕ ਨਾਮ ਮਿਲੇ। ਨਾਨਕ ਨਾਮ ਮਿਲੇ ਤਾਂ ਜੀਵਾ ਤਾਂ ਜ਼ਿੰਦਗੀ ਹੈ। ਤਨ ਮਨ ਜੀਵੇ ਹਰਿਆ ਹਰਿਆ ਹੋ ਜਾਏਗਾ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਜਪ ਉਹਦੇ ਸਿਮਰਨ ਨੂੰ ਕਰ ਸਿਮਰੋ ਸਿਮਰ ਸਿਮਰ ਸੁਖ ਪਾਵੋ ਜਿਹੇ ਪ੍ਰਸਾਦ 36 ਅੰਮ੍ਰਿਤ ਖਾਹੇ ਤਿਸ ਠਾਕੁਰ ਕੋ ਰੱਖ ਮਨ ਮਾਹੇ। ਤੇ ਜਿਨ੍ਹਾਂ ਨੇ ਰੱਖਿਆ ਉਹਨਾਂ ਦੇ ਫਿਰ ਦਿਨ ਮਨਾਏ ਜਾਂਦੇ ਨੇ। ਮਹਾਨ ਹਸਤੀ ਮਹਾਨ ਤਤਵੇਤੇ ਰਿਆਸਤਾਂ ਦੇ ਮਾਲਕ ਸੀ ਬਾਬਾ ਮੱਖਣ ਸ਼ਾਹ ਜੀ। ਕੋਈ ਕਸਿਆਰਿਆਂ ਦੇ ਘਰ ਨਹੀਂ ਸੀ ਜੰਮੇ। 60 ਮੀਲ ਲੰਬੀ ਰਿਆਸਤ
ਜਿਹਦੇ ਮਾਲਕ ਨੇ ਬਾਬਾ ਮੱਖਣ ਸ਼ਾਹ ਜੀ, ਕਾਠੀਆਬਾਦ, ਵਿਜੇਬਾੜਾ। ਸੰਗਤ ਜੀ 24 ਦਰਵਾਜ਼ੇ ਤੇ 7 ਦੀਵਾਰਾਂ ਸੀ ਉਹਨਾਂ ਦੀ ਜਿਹੜੀ ਰਿਆਸਤ, ਉਹਦੇ ਚੌਗਿਰਦੇ 24 ਵੱਡੇ ਦਰਵਾਜ਼ੇ। ਇੱਕ ਪਾਸਿਓਂ ਸਮੁੰਦਰ ਨਾਲ ਹਿੱਸਾ ਮਿਲਦਾ। ਆ ਯੂਰਪ ਦੇ ਵਿੱਚ ਅੱਜ ਦੁਨੀਆ ਆਉਣ ਲੱਗੀ ਬਾਬਾ ਮੱਖਣ ਸ਼ਾਹ ਦੇ ਇੱਥੇ ਤਾਈਂ ਉਸ ਵੇਲੇ ਉਹਦੇ ਬੇੜੇ ਇੱਥੋਂ ਤੇ ਪਹੁੰਚਦੇ ਸੀ। ਸੰਗਤ ਜੀ 3 ਘਰਾਣੇ, ਬਾਬਾ ਮੱਖਣ ਸ਼ਾਹ ਜੀ, ਬਾਬਾ ਲੱਖੀ ਰਾਏ ਸ਼ਾਹ ਜੀ, ਤੀਜੇ ਸਤਿਕਾਰਯੋਗ ਬਾਬਾ ਬੱਲੂ ਜੀ, ਭਾਈ ਸਾਹਿਬ ਭਾਈ ਮਨੀ ਸਿੰਘ ਸਾਹਿਬ ਜੀ ਦੇ ਦਾਦਾ ਜੀ, ਮਾਈ ਦਾਸ ਜੀ ਦੇ ਪਿਤਾ ਜੀ। ਇਹਨਾਂ ਤਿੰਨਾਂ ਦੇ ਟਾਂਡੇ ਚੱਲਦੇ ਸੀ। ਟਾਂਡਾ ਕਹਿੰਦੇ ਕਾਫਲੇ ਨੂੰ, ਕਾਫਲਾ ਤੁਰਦਾ ਹੀ। ਔਰ ਮਹਾਰਾਜ ਦੀਆਂ ਮਿਹਰਾਂ, ਘਰ ਦੇ ਵਿੱਚ ਕਿਰਪਾ ਹੋ ਗਈ ਗੁਰੂ ਨਾਨਕ ਦੇਵ ਜੀ ਦਾ ਠਾਕੁਰ ਦਾਸ ਜੀ, ਜਿਹੜੇ ਵੱਡ ਵਡੇਰੇ। ਉਹ ਟਾਂਡਾ ਜਿਹੜਾ ਨਾਨਕਪੁਰੀ ਏ, ਜਿੱਥੇ ਧੰਨ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਨੂੰ ਵੇਚ ਦਿੱਤਾ ਗਿਆ। ਸੰਗਤ ਜੀ ਇੱਕ ਵਾਰੀ ਨਹੀਂ 3 ਵਾਰੀ, ਇੱਕ ਵਾਰੀ 2 ਘੋੜੇ ਮੁੱਲ ਪਿਆ ਸਤਿਗੁਰਾਂ ਦਾ, ਉਹ ਦੁਨੀਆ ਖਰੀਦਦੀ ਰਹੀ। ਪਰ ਕੌਤਕ ਸਾਹਿਬ ਦਾ ਏਡਾ ਵੱਡਾ ਅੱਜ ਵੀ ਉਹ ਟਾਂਡਾ ਨਾਨਕਪੁਰੀ ਵੱਜਦਾ ਹੈ। ਉੱਥੇ ਟਾਂਡਾ ਹੀ ਉਤਰਿਆ ਹੋਇਆ ਸੀ ਦਾਦਾ ਜੀ ਦਾ, ਸਤਿਕਾਰਯੋਗ ਬਾਬਾ ਜੀ, ਬਾਬਾ ਲੱਖੀ ਰਾਏ ਸ਼ਾਹ ਜੀ ਦੇ ਬਾਬਾ ਜੀ, ਦਾਦਾ ਜੀ। ਔਰ ਸੰਗਤ ਜੀ ਬੱਚੇ ਦਾ ਜਨਮ ਹੋਇਆ, ਸਾਰੀ ਰਾਤ ਖੁਸ਼ੀਆਂ ਮਨਾਉਂਦੇ ਰਹੇ। ਤੇ ਗੁਰੂ ਨਾਨਕ ਦੇਵ ਜੀ ਮਹਾਰਾਜ ਸੱਚੇ ਪਾਤਸ਼ਾਹ ਪਰਮੇਸ਼ਰ ਦੇ ਰੰਗ ਦੇ ਵਿੱਚ ਉਹ ਬੱਚਾ ਚੜ੍ਹਾਈ ਕਰ ਗਿਆ। ਮਨ ਵਿੱਚ ਆਇਆ ਸ਼ਾਇਦ ਫਕੀਰਾਂ ਦੀ ਬਦਦੁਆ ਮਿਲ ਗਈ। ਮਹਾਰਾਜ ਕਹਿੰਦੇ ਸੁਣੋ, ਅਸੀਂ ਜ਼ਿੰਦਗੀ ਦਿੰਨੇ ਆ, ਅਸੀਂ ਮੌਤ ਨਹੀਂ ਬਣਦੇ ਫਿਰਦੇ, ਅਸੀਂ ਤੇ ਜੀਵਨ ਦਾਨ ਦੇਣ ਵਾਲੇ ਆ। ਫਿਰ ਐਸੀ ਗੁਰੂ ਨਾਨਕ ਸਾਹਿਬ ਦੇ ਚਰਨਾਂ ਨਾਲ ਪ੍ਰੀਤ ਬਣੀ। ਇਹ ਸਾਰੇ ਖਾਨਦਾਨ ਗੁਰੂ ਨਾਨਕ ਦੇ ਘਰ ਦੇ ਸਿੱਖ ਨੇ। ਅੱਜ ਵੀ ਭਾਗਾਂ ਵਾਲਿਓ ਤੁਸੀਂ, ਵੰਸ਼ੋ, ਵੱਡਿਆਂ ਉੱਤੇ ਮਾਣ ਹੋਣਾ ਚਾਹੀਦਾ। ਜਿਹੜੇ ਕਹਿੰਦੇ ਇਹਨਾਂ ਗੱਲਾਂ ਦਾ ਮਾਣ ਨਹੀਂ ਕਰਨਾ ਚਾਹੀਦਾ, ਕਿਉਂ ਨਹੀਂ ਕਰਨਾ ਚਾਹੀਦਾ? ਮਹਾਰਾਜ ਜੀ ਕਹਿੰਦੇ ਬਾਬਾਣੀਆਂ, ਕਹਾਣੀਆਂ ਪੁੱਤ ਸਪੁੱਤ ਕਰੇਣ। ਬਾਬਿਆਂ ਦੀਆਂ ਕਹਾਣੀਆਂ ਪੁੱਤਾਂ ਨੂੰ ਸਪੁੱਤ ਬਣਾਉਂਦੀਆਂ। ਜੇ ਉਹਨਾਂ ਬਾਬਿਆਂ ਦੀਆਂ ਕਹਾਣੀਆਂ ਨਹੀਂ ਸੁਣਾਓਗੇ, ਉਹਨਾਂ ਦਾ ਜਸ ਨਹੀਂ ਕਰਵਾਓਗੇ, ਨਹੀਂ ਦੱਸੋਗੇ, ਤੇ ਪੁੱਤਾਂ ਨੇ ਕਦੇ ਸਪੁੱਤਰ ਨਹੀਂ ਬਣਨਾ, ਪੁੱਤ ਕਪੁੱਤਰ ਬਣ ਜਾਂਦੇ। ਆਓ ਉਹਨਾਂ ਬਾਬਿਆਂ ਨੂੰ ਅਦਬ ਦੇ ਨਾਲ, ਅਕੀਦਤ ਦੇ ਨਾਲ, ਸ਼ਰਧਾ ਦੇ ਨਾਲ, ਸਤਿਕਾਰ ਦੇ ਨਾਲ। ਕਈ ਰੋਜ਼ ਤੋਂ ਮਹਾਰਾਜ ਜੀ ਬਾਣੀ ਦੇ ਪ੍ਰਵਾਹ ਚੱਲ ਰਹੇ ਆ, ਸਹਿਜ ਪਾਠ ਪ੍ਰਾਰੰਭ ਨੇ। ਸੰਗਤ ਜੀ ਯਾਦ ਰੱਖੀਏ, ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਸੱਜਣਾ, ਇਹ ਬਾਣੀ ਰੱਬੀ ਬਾਣੀ ਏ, ਧੁਰ ਕੀ ਬਾਣੀ ਆਈ, ਤਨ ਸਗਲੀ ਚਿੰਤ ਮਟਾਈ। ਇਹ ਰਾਹ ਚੋਂ ਆਈ ਹੋਈ, ਰਾਹ ਦਿਆਂ ਰੂਦਿਆਂ ਦੀ ਬਾਣੀ ਨਹੀਂ, ਇਹ ਦਰਗਾਹ ਚੋਂ ਆਈ ਹੋਈ ਉਸ ਪਰਮੇਸ਼ਰ ਦੀ ਧੁਰ ਤੋਂ ਆਈ ਹੋਈ ਬਾਣੀ। ਧੁਰ ਕਿਹੜੀ ਜਗ੍ਹਾ? ਜਿੱਥੋਂ ਪਰੇ ਹੈ ਹੀ ਕੁਝ ਨਹੀਂ। ਜੇ ਮੰਜ਼ਲ ਤੇ ਪਹੁੰਚ ਜਾਈਏ, ਕਿੱਥੇ ਪਹੁੰਚ ਗਿਆ? ਧੁਰ ਪਹੁੰਚ ਗਿਆ। ਸੰਗਤ ਜੀ ਉਹ ਧੁਰਾ ਜਿੱਥੇ ਕਰੋੜਾਂ ਸੂਰਜਾਂ ਚੰਦਰਮਾ ਦਾ ਪ੍ਰਕਾਸ਼, ਜਿੱਥੇ ਨੂਰ ਹੀ ਨੂਰ, ਜਿੱਥੋਂ ਸਾਰੀ ਸ੍ਰਿਸ਼ਟੀ ਅਕਾਲ ਪੁਰਖ ਵਾਹਿਗੁਰੂ ਜੀ ਨੇ ਸਾਜੀ ਨਵਾਜੀ ਚਲਾ ਰਹੇ ਨੇ। ਮਹਾਰਾਜ ਜੀ ਕਹਿੰਦੇ ਸੱਜਣਾ, ਇਹ ਧੁਰ ਤੋਂ ਆਈ ਏ, ਜ਼ਿੰਦਗੀ ਦੀ ਦਾਤੀ ਏ, ਕਿਸੇ ਬਿਰਲੇ ਨੇ ਇਹਦੀ ਰਮਜ ਪਛਾਤੀ ਏ। ਹਰ ਜਸ ਦੀ ਭੁੱਖੀ ਏ, ਕੁਝ ਹੋਰ ਨਹੀਂ ਕਹਿ ਸਕਦੀ, ਸੰਤਾਂ ਦੀ ਨਿੰਦਾ ਏ, ਉੱਕੀ ਨਹੀਂ ਸਹਿ ਸਕਦੀ। ਗੁਰਮੁਖ ਦੀ ਸਿਫਤ ਕਰੇ, ਮਨ ਮੁਖ ਨੂੰ ਪੰਡਦੀ ਏ, ਹਰ ਸੁਖ ਪ੍ਰਦਾਨ ਕਰੇ, ਹਰ ਦੁੱਖ ਨੂੰ ਖੰਡਦੀ ਏ। ਇਹ ਘਰ ਚੋਂ ਕੱਢਦੀ ਨਹੀਂ, ਇਹ ਗਲਾਂ ਨੂੰ ਕਲਦੀ ਨਹੀਂ, ਇਹ ਘਰ ਚੋਂ ਕੱਢਦੀ ਨਹੀਂ, ਜੰਗਲਾਂ ਨੂੰ ਕਲਦੀ ਨਹੀਂ। ਭਗਤਾਂ ਨਾਲ ਪਿਆਰ ਕਰੇ, ਪਰ ਨਿੰਦਕਾਂ ਨੂੰ ਚੱਲਦੀ ਨਹੀਂ। ਉਹ ਕਿਸੇ ਚੋਰ ਤੇ ਸਾਕਤ ਦੀ ਇਹ ਹਾਮੀ ਭਰਦੀ ਨਹੀਂ, ਮੂੰਹ ਤੇ ਸੱਚ ਕਹਿੰਦੀ ਏ, ਸਕਤੇ ਤੋਂ ਡਰਦੀ ਨਹੀਂ। ਹਰ ਨੂੰ ਹਰ ਬੋਲੀ ਵਿੱਚ ਹਰਦਾਰਾ ਦੱਸਦੀ ਏ, ਹਰ ਇੱਕ ਦੀ ਸਾਂਝੀ ਏ, ਹਰ ਮਨ ਨੂੰ ਖਸਦੀ ਏ। ਜ਼ਾਤਾਂ ਦੇ ਵਹਿਮਾਂ ਨੂੰ ਇਹਨੇ ਲਾਂਬੇ ਧਰ ਦਿੱਤਾ। ਓਏ ਸ਼ੂਦਰ ਤੇ ਬਾਹਮਣ ਨੂੰ ਫੜ ਇਕੱਠੇ ਕਰ ਦਿੱਤਾ। ਆਕਾਸ਼ ਤੋਂ ਉੱਚੀ ਏ, ਆਕਾਸ਼ ਤੋਂ ਹੀ ਉੱਚੀ ਏ, ਪਾਤਾਲ ਤੋਂ ਗਹਿਰੀ ਏ। ਐਡਰੈਸ ਕੀ ਏ ਜੀ? ਐਡਰੈਸ ਨੋਟ ਕਰ ਲਓ। ਵਾਹਿਗੁਰੂ। ਆਕਾਸ਼ ਤੋਂ ਉੱਚੀ ਏ, ਪਾਤਾਲ ਪਾਤਾਲ ਤੋਂ ਗਹਿਰੀ ਏ,
ਰਚੇ ਹੋਏ ਗੁਰੂ ਅਰਜਨ ਦੇ ਗੁਰੂ ਗ੍ਰੰਥ ਚ ਠਹਿਰੀਏ। ਠਹਿਰੀਏ ਜਿਹੜਾ ਵੀ ਪੜ ਲੈਂਦਾ ਹਰ ਰਸ ਵਿੱਚ ਭਿੱਜ ਜਾਂਦਾ, ਮਨ ਨੂੰ ਠੰਡ ਪੈਂਦੀ ਜਦ ਮਨ ਆਪੇ ਗਿੱਜ ਇਹ ਜਾਂਦਾ। ਆਪੇ ਹੀ ਗਿੱਜ ਜਾਂਦਾ। ਕਹਿੰਦੇ ਮਨ ਨਹੀਂ ਗਿੱਜਦਾ, ਇਹ ਗਿੱਜੇਗਾ ਤਦੋਂ ਹੀ। ਇਹਨੂੰ ਜੇ ਮਨ ਨੂੰ ਹਾਜ਼ਰ ਰੱਖ ਕੇ ਬਾਣੀ ਪੜਾਂਗੇ ਸੰਗਤ ਜੀ, ਕਹਾਣੀ ਕੀ ਬਣ ਜਾਂਦੀ ਏ, ਮਨ ਤੇ ਕਿਤੇ ਹੋਰ ਹੁੰਦਾ। ਬਾਣੀ ਪੜ੍ਹਦੇ ਆ, ਜਪਜੀ ਸਾਹਿਬ ਦੀ ਰਹਿ ਰਸ ਬਣਾਉਂਦੇ ਤੇ ਰਹਿਰਾ ਸਾਹਿਬ ਦੀ ਜਪਜੀ ਸਾਹਿਬ ਬਣਾਉਂਦੇ ਆ। ਕਿਉਂ ਹੁੰਦਾ? ਕਿਉਂਕਿ ਧਿਆਨ ਨਾਲ ਨਹੀਂ ਪੜ੍ਹਦੇ। ਝੰਡਾ ਬਾਡੀ ਗੁਰੂ ਨਾਨਕ ਦੇਵ ਜੀ ਨੂੰ ਕਹਿੰਦਾ ਮਹਾਰਾਜ ਬਾਣੀ ਮਨ ਨਹੀਂ ਲੱਗਦਾ। ਮਹਾਰਾਜ ਕਹਿੰਦੇ ਸੁਣਾ, ਐਸਾ ਆਨੰਦ ਬਣਿਆ ਮਹਾਰਾਜ, ਅੱਜ ਤੇ ਆਨੰਦ ਬੜਾ ਬਣਿਆ। ਮਹਾਰਾਜ ਕਹਿੰਦੇ ਕਿਉਂ? ਕਹਿੰਦਾ ਮਹਾਰਾਜ ਜੀ ਤੁਸੀਂ ਕੋਲ ਬੈਠੇ ਸੀ ਤਾਂ। ਮਹਾਰਾਜ ਕਹਿੰਦੇ ਫਿਰ ਝੰਡਿਆ ਸਦਾ ਹੀ ਸਮਝਿਆ ਕਰ ਤੇਰਾ ਗੁਰੂ ਤੇਰੇ ਕੋਲ ਹੀ ਬੈਠਾ। ਜਦੋਂ ਬਾਣੀ ਪੜ੍ਹਦਾ ਇਹ ਸੋਚ, ਇਹ ਬਾਣੀ ਗੁਰੂ ਹੈ ਤੇਰਾ, ਸਤਿਗੁਰੂ ਤੇਰੇ ਨਾਲ ਹੀ ਹੈ। ਉੱਤੇ ਤੋਂ ਬਖਤ ਵੜੀਏ ਤੇ ਸਤਿਗੁਰੂ ਜੀ ਹੀ ਸੁਣ ਰਹੇ ਆ। ਆਪੇ ਹੀ ਆਵਾਜ਼ ਮਾਰੇ, ਆਪੇ ਹੀ ਬੋਲਦਾ ਏ, ਆਪੇ ਹੀ ਖੇਡਾਂ ਬਣਾ ਰਿਹਾ ਸਾਰੀਆਂ। ਆਕਾਸ਼ ਤੋਂ ਹੀ ਉੱਚੀ ਏ, ਪਾਤਾਲ ਤੋਂ ਗਹਿਰੀ ਏ, ਰਚੇ ਹੋਏ ਗੁਰੂ ਅਰਜਨ ਦੇ ਗੁਰੂ ਗ੍ਰੰਥ ਚ ਠਹਿਰੀ ਏ। ਜਿਹੜਾ ਵੀ ਪੜ ਲੈਂਦਾ ਕਿਸੇ ਰਸ ਵਿੱਚ ਭਿੱਜ ਜਾਂਦਾ, ਮਨ ਨੂੰ ਠੰਡ ਪੈਂਦੀ ਜਦ ਓਏ ਮਨ ਆਪੇ ਹੀ ਗਿੱਜ ਜਾਂਦਾ। ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਹੋਰ ਕਿਰਪਾ ਕੀਤੀ ਹੈ। ਮਹਾਰਾਜ ਕਹਿੰਦੇ ਆਵੋ ਸਿੱਖ ਸਤਿਗੁਰੂ ਕੇ ਪਿਆਰਿਓ, ਗਾਵੋ ਸੱਚੀ ਬਾਣੀ। ਬਾਣੀ ਤਾਂ ਗਾਵੋ ਗੁਰੂ ਕੇਰੀ ਬਾਣੀਆਂ ਸਿਰ ਬਾਣੀ। ਇਹ ਮਦਮਾ ਬੈਖਰੀ ਇਹੜਾ ਪਿੰਗਲਾ ਉਹਦੀਆਂ ਗੱਲਾਂ ਨਹੀਂ, ਇਹਦੇ ਅਲਾਹੀ ਐਸੀ ਕਿਰਪਾ। ਸੰਗਤ ਜੀ ਬੜਾ ਵੱਡਾ ਆਨੰਦ ਹੈ। ਭਾਈ ਸਾਹਿਬ ਭਾਈ ਗੁਰਦਾਸ ਸਾਹਿਬ ਜੀ ਉਹ ਵਿਦਵਾਨ, ਮਹਾਨ ਵਿਦਵਾਨ, ਜੈਸੇ ਤੋ ਸਕਲ ਨਿੰਦ ਪੂਰਨ ਸਮੁੰਦਰ ਵਿਖੇ ਹੰਸ ਮਰ ਜੀਵਾ ਨਿਸ਼ਚੈ ਪ੍ਰਸਾਦ ਪਾਵਈ, ਜੈਸੇ ਪਰਬਤ ਵਿਖੇ ਹੀਰਾ ਮਾਨਕ ਪਾਰਸ ਸਿੱਧ ਖਨਵਾਰਾ ਖਨ ਜਗ ਵਿਖੇ ਪ੍ਰਗਟਾਵਈ, ਜੈਸੇ ਬਨ ਵਿਖੇ ਮਲਿਆਗਰ ਸੋਧਾ ਕਪੂਰ ਸੋਧ ਕੈ ਸੁਵਾਸੀ ਸੁਬਾਸ ਬਿਹਸਾਵਈ, ਤੈਸੇ ਗੁਰਬਾਣੀ ਵਿਖੇ ਸਕਲ ਪਦਾਰਥ ਹੈ। ਸਾਰਾ ਕੁਝ ਹੀ ਹੈ ਇੱਥੇ। ਜੋ ਮੰਗੇ ਠਾਕੁਰ ਆਪਣੇ ਤੇ ਸੋਈ ਦੇਵੈ, ਤੈਸੇ ਗੁਰਬਾਣੀ ਵਿਖੇ ਸਕਲ ਪਦਾਰਥ ਹੈ। ਪਰ ਨਾਲ ਭਾਈ ਸਾਹਿਬ ਨੇ ਕੀ ਕਿਹਾ? ਕਹਿੰਦੇ ਜੋਈ ਖੋਜੈ, ਖੋਜੇਗਾ ਨਾ ਸੋਈ ਨਿਪ ਜਾਵੇ। ਇੱਕ ਹੋਰ ਬੜੇ ਵਿਦਵਾਨ ਨੇ, ਗਿਆਨੀ ਕਰਤਾਰ ਸਿੰਘ ਜੀ ਪਿਊਖ, ਪ੍ਰਿੰਸੀਪਲ ਗੰਗਾ ਸਿੰਘ ਹੋਰੀ, ਉਹਨਾਂ ਦੇ ਸਵਈਏ ਬੜੇ ਵਰਤੇ, ਕੱਲੇ ਪਿਊਖ ਜੀ ਕਰਕੇ। ਉਹਨਾਂ ਦਾ ਸਰੂਪ ਦੇਹਰਾਦੂਨ ਦੀ ਲਾਇਬ੍ਰੇਰੀ ਚ ਮੈਨੂੰ ਮਿਲਿਆ। ਨਹੀਂ ਤੇ ਕੋਈ ਕਹਿੰਦਾ ਸੀ ਗਵਾਲਾ, ਕੋਈ ਆਂਦਾ ਸੀ ਰਾਜਸਥਾਨੀ ਆ। ਉਹ ਵੇਖੋ ਉਹਨਾਂ ਦਾ ਕੈਸਾ ਰਸ। ਉਹ ਕਹਿੰਦੇ ਸੂਰਜ ਕੇ ਚੜੇ ਬਿਨ ਤਿਮਰ ਨਹਿ ਦੂਰ ਹੋਤ, ਸੂਰਜ ਚੜਨ ਤੋਂ ਬਿਨਾ ਤਿਮਰ ਹਨੇਰਾ ਦੂਰ ਨਹੀਂ ਹੁੰਦਾ। ਸੱਚ ਆ। ਚੜੇ ਬਿਨ ਸੂਰਜ ਕੇ ਤਿਮਰ ਨਹਿ ਦੂਰ ਹੋਤ। ਸੰਗਤ ਜੀ ਮੋਕਸ਼ ਨਾ ਪਾਵੇ ਕੋ ਬਿਨਾ ਬ੍ਰਹਮ ਗਿਆਨੀ ਕੇ। ਪਾਣੀ ਜਿੰਨਾ ਮਰਜ਼ੀ ਬੰਦਾ ਇੱਧਰ ਉੱਧਰ ਛਕੀ ਜਾਵੇ, ਉਹ ਆਂਦਾ ਜਲ ਛਕਣ ਤੋਂ ਬਿਨਾ ਤ੍ਰੇਹ ਨਹੀਂ ਮਿਟਦੀ। ਪਾਣੀ ਇਹ ਵੀ ਜੀਓ ਪਰਮੇਸ਼ਰ ਦੀ ਕਿਰਪਾ। ਪਵਨ ਗੁਰੂ ਪਾਣੀ ਪਿਤਾ। ਔਰ ਸੰਗਤ ਜੀ ਜੋ ਕੁਝ ਬਾਹਰ ਹੈ 70% ਪਾਣੀ ਤੇ 30 ਧਰਤੀ, ਇਹੀ ਕੁਝ ਸਰੀਰ ਦੇ ਵਿੱਚ ਆ। ਉਹ ਆਂਦੇ ਚੜੇ ਬਿਨ ਸੂਰਜ ਕੇ ਤਿਮਰ ਨਹਿ ਦੂਰ ਹੋ ਤਮ ਮੋਕਸ਼ ਨ ਪਾਵੇ ਕੋ ਬਿਨੇ ਬ੍ਰਹਮ ਗਿਆਨੀ ਕੇ, ਜੈਸੇ ਇਸ਼ਟ ਦੇਵ ਰੀਝਤ ਨਾ ਸ਼ਰਧਾ ਬਿਨ ਦਰਿਦਰ ਨਾ ਦੂਰ ਹੋਤ। ਈਸ਼ ਬਿੰਦਾਨੀ ਕੇ, ਕੋਈ ਬੰਦਾ ਕਿਸੇ ਦੀ ਗਰੀਬੀ ਨਹੀਂ ਕੱਢ ਸਕਦਾ। ਪਰਮੇਸ਼ਰ ਦੇ ਦਿੱਤੇ ਤੋਂ ਬਿਨਾ ਗਰੀਬੀ ਨਹੀਂ ਨਿਕਲਦੀ। ਸੱਚ ਆ। ਉਹ ਪਤਾ ਗਾਂ ਦੀ ਗੱਲ ਕਹਿੰਦੇ ਕਹਿਤ ਪਿਊਖ ਤੇ ਮਕੂਰ ਕਲੀ ਕਾਲ ਬੀਚ ਅਬ ਕਲੂ ਆਇਓ ਰੇ, ਇੱਕ ਨਾਮ ਬੋ ਬੋ। ਮਾਰਾ ਕਹਿੰਦੇ ਆ ਵੇਲਾ ਹੀ ਬੀਜਲਾ, ਆ ਮਨ ਹਾਲੀ ਕਿਰਸਾਨੀ ਕਰਨੀ, ਸਰਮ ਪਾਣੀ ਤਨ ਖੇਤ ਨਾਮ ਬੀਜ, ਸੰਤੋਖ ਸੁਹਾਗਾ ਰੱਖ ਗਰੀਬੀ ਬੇਸ। ਮਾਰਾ ਤੇ ਪੈਰ ਤੇ ਸਾਨੂੰ ਸਮਝਾਉਂਦੇ ਆ। ਸੰਗਤ ਜੀ ਉਹ ਕਹਿੰਦੇ ਕਹਿਤ ਪਿਊਖ ਤੇ ਮਕੋਰ ਕਲੀ ਕਾਲ ਬੀਚ, ਕੋਈ ਸ਼ਾਂਤੀ ਨਾ ਪਾਵੇ ਬਿਨਾ ਪੜਿਆ ਗੁਰਬਾਣੀ ਕੇ। ਬਾਣੀ ਦੇ ਪ੍ਰਵਾਹ ਚੱਲ ਰਹੇ ਆ। ਬ੍ਰਹਮ ਗਿਆਨੀ ਤਤ ਵੇਤੇ ਬ੍ਰਹਮਨਿਸ਼ਟ ਬ੍ਰਹਮ ਸਰੋਤਰੀ ਬ੍ਰਹਮ ਲਖੇ ਤੇ ਜਿਹੜੇ ਮਹਾਂਪੁਰਖਾਂ ਦੀ ਅੰਸ਼ ਵੰਸ਼ ਦੇ ਵਿੱਚ ਬਣੇ। ਸੰਤ ਬਾਬਾ ਪ੍ਰੇਮ ਸਿੰਘ ਸਾਹਿਬ ਜੀ ਨੌਜਵਾਨ ਸਭਾ, ਬੜੀ ਕਮਾਈ ਵਾਲੀ ਹਸਤੀ ਹੋਏ ਨੇ ਬਾਬਾ ਪ੍ਰੇਮ ਸਿੰਘ ਜੀ। ਦਮਦਮੀ ਟਕਸਾਲ ਜਦੋਂ ਜ਼ਿਕਰ ਚੱਲਦਾ ਭਿੰਡਰਾਂ ਵਾਲੇ ਸੰਤ ਜਰਨੈਲ ਸਿੰਘ ਜੀ, ਉਹਨਾਂ ਦਾ ਸਰੂਪ ਆਉਂਦਾ ਮੋਰੇ। ਸੰਤ ਬਾਬਾ ਕਰਤਾਰ ਸਿੰਘ ਜੀ ਖਾਲਸਾ ਜੀ ਭਿੰਡਰਾਂ ਵਾਲੇ, ਜਿਨ੍ਹਾਂ ਦਾ ਸਪੁੱਤਰ ਭਾਈ ਅਮਰੀਕ ਸਿੰਘ ਸ਼ਹੀਦ ਹੋਇਆ, ਸਰੂਪ ਆਉਂਦਾ ਅੱਖਾਂ ਮੂਰੇ।
ਪਰ ਭਾਗਾਂ ਵਾਲਿਓ ਉਹ ਭਿੰਡਰਾਂ ਵਾਲੇ ਬਾਬਾ ਸੁੰਦਰ ਸਿੰਘ ਜੀ ਅਤੇ ਸਤਿਕਾਰਯੋਗ ਸੰਤ ਬਾਬਾ ਪ੍ਰੇਮ ਸਿੰਘ ਸਾਹਿਬ ਜੀ ਮੁਰਾਲੇ ਇਕੱਠੇ ਹੀ ਇੱਕੋ ਸਥਾਨ ਤੋਂ ਵਿਦਿਆ ਪੜ੍ਹੇ ਨੇ। ਔਰ ਮੁਰਾਲੇ ਦੀ ਜਿਹੜੀ ਦਸਤਾਰ ਹੈ ਉਹ ਬਾਬੇ ਪ੍ਰੇਮ ਸਿੰਘ ਸਾਹਿਬ ਦੇ ਸੀਸ ਦੇ ਉੱਤੇ ਸਜੀ ਹੈ, ਸੰਤ ਬਾਬਾ ਪ੍ਰੇਮ ਸਿੰਘ ਜੀ ਮੁਰਾਲੇ ਵਾਲੇ ਬਣ ਕੇ। ਔਰ ਜਿਹੜੀ ਬਾਣੀ ਪੜ੍ਹਨੀ, ਅਰਥ ਪੜ੍ਹਨੇ ਪੜ੍ਹਾਉਣੇ ਉਹ ਬਾਬਾ ਸੁੰਦਰ ਸਿੰਘ ਸਾਹਿਬ ਜੀ। ਉਹਨਾਂ ਤੋਂ ਫਿਰ ਭਿੰਡਰਾਂ ਪਿੰਡ ਸੀ ਉਹਨਾਂ ਤੋਂ ਭਿੰਡਰਾਂ ਵਾਲੇ ਅਗਾਂਹ ਅੱਜ ਤਾਈਂ ਦੁਨੀਆ ਦੇ ਵਿੱਚ ਭਿੰਡਰਾਂ ਵਾਲੇ ਹੁੰਦੀ ਪਈ ਜੇ। ਉਹ ਐਸੀਆਂ ਮਹਾਨ ਹਸਤੀਆਂ ਉੱਥੇ ਇਕੱਠੀਆਂ ਮਹਾਰਾਜ ਦੇ ਪ੍ਰੇਮ ਦੇ ਅੰਦਰ। ਆਓ ਭਾਗਾਂ ਵਾਲਿਓ, ਏਦਾਂ ਹੀ ਬਾਬਾ ਮੱਖਣ ਸ਼ਾਹ ਜੀ ਜੋ ਐਸੋਸੀਏਸ਼ਨ ਨੇ, ਜੋ ਪਹਿਲਾਂ ਵੀ 68ਵੀਂ ਮਹਾਂਪੁਰਖਾਂ ਦੀ ਇੱਥੇ ਯਾਦ ਮਨਾਈ ਗਈ ਗੁਰੂ ਘਰ ਵਿਖੇ, ਵੱਡੇ ਉੱਥੋਂ ਦੇ ਪ੍ਰਬੰਧਕ ਜਨ ਬੈਠੇ ਨੇ ਬੜੇ ਪਿਆਰ ਦੇ ਅੰਦਰ, ਮਾਸਟਰ ਜੀ ਹੋਰੀ, ਜਗਤਾਰ ਸਿੰਘ ਜੀ, ਸਾਰੇ ਪਿਆਰ ਵਾਲੇ ਹੋ। ਇੱਥੇ ਦੇ ਪ੍ਰਬੰਧਕ ਬੜੇ ਪਿਆਰ ਵਾਲੇ, ਗੁਰੂ ਕੇ ਵਜ਼ੀਰ, ਪੜ੍ਹੇ ਲਿਖੇ, ਸੁਲਝੇ ਹੋਏ। ਆਓ ਸੰਗਤ ਜੀ, ਭਾਗਾਂ ਦੇ ਨਾਲ ਐਸਾ ਸਮਾਂ, ਭਾਗਾਂ ਦੇ ਨਾਲ ਮਿਲਦੀਆਂ ਨੇ ਘੜੀਆਂ ਸਤਸੰਗ ਵਾਲੀ। ਮਹਾਰਾਜ ਜੀ ਵੀ ਕਹਿੰਦੇ ਨੇ, ਮਹਾਰਾਜ ਕਹਿੰਦੇ ਵੱਡ ਭਾਗੀ ਹਰ ਸੰਗਤ ਪਾਵੇ, ਭਾਗਹੀਣ ਭ੍ਰਮ ਚੋਟਾਂ ਖਾਵੇ। ਉਹ ਜੀ ਬਿਨ ਭਾਗਾਂ ਸਤ ਸੰਗ ਨਾ ਲੱਭੈ, ਸਤ ਸੰਗ ਬਿਨਾ ਭਾਗਾਂ ਤੋਂ ਨਹੀਂ ਮਿਲਦਾ। ਬਿਨ ਭਾਗਾਂ ਸਤ ਸੰਗ ਨਾ ਲੱਭੈ, ਬਿਨ ਸੰਗਤ ਮੈਲ ਭਰੀਜੈ ਜੀਓ। ਆਓ ਗੁਰੂ ਗ੍ਰੰਥ ਸਾਹਿਬ ਜੀ ਦੀ ਗੋਦ ਦੇ ਵਿੱਚ ਬੈਠਣ ਵਾਲਿਓ, ਸਿਮਰਨ ਫਤਿਹ ਵੀ ਇੱਕ ਸਿਮਰਨ ਹੈ। ਆਗਾ ਆਪ ਸਿੰਘ ਜੋ ਪਾਵੇ, ਵਾਹਿਗੁਰੂ ਜੀ ਕੀ ਫਤਿਹ ਗਜਾਵੇ। ਮਹਾਰਾਜ ਜੀ ਨੇ ਵੀ ਹੁਕਮ ਕੀਤਾ ਅੰਮ੍ਰਿਤ। ਮਹਾਰਾਜ ਕਹਿੰਦੇ ਜਿੱਥੇ ਅੰਦਰ ਤੇਰੇ ਅੰਮ੍ਰਿਤ ਦਾ ਖੂਹ ਭਰਿਆ ਪਿਆ, ਉਹ ਭਾਗਾਂ ਵਾਲਿਆ, ਜਿਵੇਂ ਲੱਜ ਭਰਾ ਕੇ ਖੂਹ ਚੋਂ ਜਲ ਕੱਢੀਦਾ, ਏਦਾਂ ਹੀ ਸਵਾਸਾਂ ਦੀ ਲੱਜ ਦੇ ਨਾਲ ਉਹ ਅੰਮ੍ਰਿਤ ਨੂੰ ਉਹਨੂੰ ਪ੍ਰਗਟ ਕਰਨਾ ਹੀ। ਪਰ ਬਾਹਰੋਂ ਜਦੋਂ ਜਲ ਬੋਰ ਕਰਦੇ ਹੁੰਦੇ ਸੀ ਨਾ, ਬਾਹਰੋਂ ਜਲ ਪਾਉਣਾ ਪੈਂਦਾ। ਤੇ ਮਹਾਰਾਜ ਕਹਿੰਦੇ ਅੰਮ੍ਰਿਤ ਨੂੰ ਪ੍ਰਗਟ ਕਰਦਾ ਹੈਗਾ, ਅੰਮ੍ਰਿਤ ਬਾ ਛਕੋ। ਮਹਾਰਾਜ ਨੇ ਵੀ ਹੁਕਮ ਕੀਤਾ ਸੰਗਤ ਅੰਮ੍ਰਿਤ ਵੇਲਾ ਔਰ ਸੰਧਿਆ ਵੇਲਾ ਹੁਕਮ ਕਰ ਦਿੱਤਾ। ਮਹਾਰਾਜ ਕਹਿੰਦੇ ਲੋਕਾਂ ਨੂੰ ਤੇ ਕਿਸੇ ਨੂੰ 5 ਵੇਲੇ, ਤੈਨੂੰ ਤੇ ਹਰ ਵੇਲੇ ਹੀ ਭੁੱਲੇ ਹੀ ਨਾ, ਤੈਨੂੰ ਕਰਤਾਰ ਚੇਤੇ ਆਵੇ। ਉਹ ਭਾਗਾਂ ਵਾਲਿਆ ਆ, ਉਹ ਗੁਰੂ ਨਾਨਕ ਦੇ ਸਿੱਖਾ, ਤੇਰੇ ਉੱਤੇ ਬੜੀਆਂ ਵੱਡੀਆਂ ਮਿਹਰਾਂ ਕੀਤੀਆਂ। ਤੇਰੇ ਕੋਲ ਬਾਣੀ ਦੇ ਵੱਡੇ ਖਜ਼ਾਨੇ, ਤੇਰੇ ਕੋਲ ਇਤਿਹਾਸ ਦੇ ਵੱਡੇ ਖਜ਼ਾਨੇ, ਤੇਰੇ ਕੋਲ ਸੱਚੇ ਪਾਤਸ਼ਾਹ ਦੀ ਦਿੱਤੀ ਹੋਈ ਕਿਰਤ, ਤੇਰੇ ਕੋਲ ਬਾਣੀ, ਤੇਰੇ ਕੋਲ ਬਾਣਾ, ਬਾਣੀ ਬਾਣਾ ਪੰਖ ਪਛਾਨੋ, ਸਿੰਘ ਗੁਰੂ ਕਾ ਪੰਛੀ ਜਾਨੋ। ਆਓ ਭਾਗਾਂ ਵਾਲਿਓ, ਜਿਨ੍ਹਾਂ ਗਲ ਵਿੱਚ ਪੱਲੂ ਪਾ ਕੇ, ਚਰਨਾਂ ਤੇ ਸੀਸ ਝੁਕਾ ਕੇ ਸਤਿਗੁਰਾਂ ਤੋਂ ਦਾਤਾਂ ਲਈਆਂ, ਉਹਨਾਂ ਸਾਰਿਆਂ ਨੂੰ ਅਦਬ ਦਈਏ, ਅਕੀਦਤ ਦੇ ਨਾਲ ਝੁਕੀਏ। ਉਹਨਾਂ ਸਾਰਿਆਂ ਦੀ ਉਸ ਕਰਨੀ ਨੂੰ, ਉਹਨਾਂ ਦੀ ਉਸ ਕਮਾਈ ਨੂੰ ਮਹਾਰਾਜ ਸੱਚੇ ਪਾਤਸ਼ਾਹ ਸੀਸ ਝੁਕਾਉਂਦੇ ਆ। ਉਹਨਾਂ ਸਾਰੇ ਸ਼ਹੀਦਾਂ ਸਿੰਘਾਂ ਨੂੰ, ਮਰੀਦਾਂ ਸਿੰਘਾਂ ਨੂੰ, ਭੁਜੰਗ ਸਿੰਘਾਂ ਨੂੰ, ਨਿਹੰਗ ਸਿੰਘਾਂ ਨੂੰ, ਗੁਰੂ ਕੇ ਪਿਆਰਿਆਂ ਸਚਿਆਰਿਆਂ, ਉਹਨਾਂ ਬਲੀਆਂ ਯੋਧਿਆਂ, ਜਰਨੀਲਾਂ ਨੂੰ, ਤਤ ਬੇਤਿਆਂ ਨੂੰ, ਤੇਰੇ ਕੋਲ ਤੇ ਬੜਾ ਵੱਡਾ ਖਜ਼ਾਨਾ ਗੁਰੂ ਨਾਨਕ ਦੇ ਸਿੱਖਾ। 10 ਪਾਤਸ਼ਾਹੀਆਂ, 5 ਪਿਆਰੇ, 5 ਵੀਰ, 5 ਪਿਆਰਿਆਂ ਦੇ ਨਾਲ ਹੀ 5 ਉੱਠ ਕੇ ਖੜੇ ਹੋਏ। ਮਹਾਰਾਜ ਸਾਡੇ ਉੱਤੇ ਵੀ ਕਿਰਪਾ ਕਰੋ। ਮਹਾਰਾਜ ਕਹਿੰਦੇ 5 ਪਿਆਰਿਆਂ ਦੀ ਖੇਡ ਤੇ ਉੱਧਰ ਹੋ ਗਈ ਆ, ਤੁਸੀਂ 5 ਵੀਰ ਹੋ। ਬਾਬਾ ਈਸ਼ਰ ਸਿੰਘ ਜੀ, ਦੇਵਾ ਸਿੰਘ ਜੀ, ਗੰਡਾ ਸਿੰਘ ਜੀ, ਨਾਮ ਆਉਂਦੇ ਉਹਨਾਂ ਦੇ। ਔਰ ਸੰਗਤ ਜੀ 40 ਮੁਕਤੇ, ਕਿੱਡੀ ਵੱਡੀ ਕਿਰਪਾ। ਕਿਤੇ ਭਾਈ ਤਾਰੂ ਸਿੰਘ ਸਾਹਿਬ ਜੀ, ਖੋਪਰੀਆਂ ਲਾਉਣੀਆਂ ਕਿਤੇ ਸੌਖੀਆਂ। ਉਹ ਭਾਗਾਂ ਵਾਲੇ, ਉਹ ਬੰਦ ਕਟਵਾਉਣ ਵਾਲੇ, ਚਰਖੜੀਆਂ ਤੇ ਚੜਨ ਵਾਲੇ, ਜੰਡਾਂ ਨਾਲ ਵੱਜ ਕੇ ਸੜਨ ਵਾਲੇ, ਪਰ ਉਹ ਮਰ ਕੇ ਵੀ ਨਹੀਂ ਮਰੇ। ਹੱਥ ਬੰਨ ਕੇ ਬੇਨਤੀ ਏ, ਭਾਈ ਲਛਮਣ ਸਿੰਘ ਜੀ, ਉਹਨਾਂ ਦੀ ਸ਼ਹਾਦਤ ਨਾ ਹੁੰਦੀ ਨਨਕਾਣਾ ਸਾਹਿਬ, ਤੇ ਜੋ ਉਹਨਾਂ ਨੇ ਇਤਿਹਾਸ ਸਿਰਜਿਆ, ਅੱਜ ਜੋ ਉਹਨਾਂ ਦੇ ਨਾਮ ਤੇ ਜਕਾਰੇ ਗੂੰਜਦੇ ਹੋਣਾ ਸੀ, ਮਰ ਕੇ ਵੀ ਨਹੀਂ ਮਰਦਾ ਜਿਹੜਾ ਸੱਚ ਲਈ ਕੁਰਬਾਨੀ ਕਰਦਾ। ਸ਼ਹੀਦ ਲੋਕੀ ਦੇ, ਇਹ ਸਾਡੀ ਪੰਜਾਬੀ ਭਾਸ਼ਾ ਨਹੀਂ। ਭਾਗਾਂ ਵਾਲਿਓ, ਸ਼ਹਾਦਤ ਕਿਹਨੂੰ ਕਹਿੰਦੇ? ਸੱਚ ਲਈ ਮਰ ਮਿਟ ਜਾਣਾ। ਜੋ ਮਰ ਮਿਟते हैं देश कौम और खालसा जी धर्म ਦੇ ਬਦਲੇ, ਉਹ ਮਰ ਕੇ ਵੀ ਨਹੀਂ ਮਰਦੇ। ਉਹਨਾਂ ਅਣਖੀ ਯੋਧਿਆਂ ਨੂੰ ਲੋਕੀ ਐਵੇਂ ਹੀ ਯਾਦ ਨਹੀਂ ਕਰਦੇ, ਕਿਸੇ ਗੱਲ ਨੂੰ ਯਾਦ ਕਰਦੇ ਆ। ਆਓ ਉਹਨਾਂ ਨੂੰ ਅਦਬ ਨਾਲ ਕਹੋ, ਮਹਾਂਪੁਰਖੋ ਸਤਿ ਬੇਤਿਓ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਿੱਖ ਚੈਨਲ ਭਾਗਾਂ ਵਾਲੇ ਨੇ ਔਰ ਬੜੀ ਗੂੜੀ ਸਾਂਝ ਏ ਆਪ ਜੀ ਦੇ ਨਾਲ, ਆਸਟ੍ਰੇਲੀਆ ਦੀ ਸੰਗਤ ਦੇ ਨਾਲ ਗੂੜਾ ਪਿਆਰ ਏ। ਬੇਸ਼ੱਕ ਉਧਰ ਦੇ ਹੋਰ ਪ੍ਰੋਗਰਾਮ ਨੇ, ਉਹ ਵੀ ਇਥੋਂ ਆਪ ਜੀ ਜੋ ਇਹ ਗੁਰੂ ਕੀ ਰੰਗਤ ਦੇ ਵਿੱਚ ਰੰਗੇ ਹੋਏ ਹੋ। ਭਾਗਾਂ ਵਾਲਿਓ, ਜਦੋਂ ਹਿੰਦੁਸਤਾਨ ਦਾ ਇਤਿਹਾਸ ਪੜ੍ਹਦੇ ਆ, 2 ਰਾਜਿਆਂ ਦਾ ਜ਼ਿਕਰ ਆਉਂਦਾ, ਜੈ ਚੰਦ ਤੇ ਪ੍ਰਿਥਵੀ ਚੰਦ। ਇਹਨਾਂ ਦਾ ਆਪਸ ਵਿੱਚ ਯੁੱਧ ਹੋਇਆ।
ਜੈ ਚੰਦ ਦੀਆਂ ਫੌਜਾਂ ਨੇ ਬਾਬਾ ਮੱਖਣ ਸ਼ਾਹ ਜੀ ਤੇ ਵੱਡ ਵਡੇਰਿਆਂ ਨੂੰ ਕਾਠੀਆਬਾਦ ਉਹਨਾਂ ਦੀ ਰਿਆਸਤ ਨੂੰ 3 ਸਾਲ 10 ਮਹੀਨੇ ਘੇਰਾ ਪਾਈ ਰੱਖਿਆ। ਔਰ ਇੱਕ ਦਿਨ ਫਿਰ ਜਿਹੜੇ ਕਰਾਰੇ ਵੀਰ ਸੀ ਨਾਲ ਨਿਕਲੇ ਅੰਦਰੋਂ ਵੱਡ ਵਡੇਰੇ, ਆਂਦੇ ਨਾ ਤਾਂ ਮਰ ਜਾਣਾ ਚੰਗਾ ਬਈ, ਜੈ ਚੰਦ ਨੇ ਨੱਕ ਵਿੱਚ ਦਮ ਕੀਤਾ ਹੋਇਆ, ਕੀ ਕਰੀਏ? ਆਂਦੇ ਚੁੱਕ ਲੋ ਸ਼ਾਸਤਰ, ਜਾਂ ਅੱਜ ਮਾਰ ਦੇਣਾ ਤੇ ਜਾਂ ਅੱਜ ਮਰ ਜਾਣਾ। ਐਸੀ ਤੇਗ ਬਾਈ, ਵੱਢਦੀ ਟੁੱਕਦੀ, ਕਈਆਂ ਨੂੰ ਝਟਕਦੀ, ਕਈਆਂ ਨੂੰ ਦਰੜਦੀ, ਐ ਦੀ ਆਓ ਆਓ ਦੀ ਆਓ ਗਈ, ਉਹ ਨੱਚਦੀ ਟੱਪਦੀ ਜਲੀਆਂ ਪਾਉਂਦੀ ਜਦੋਂ ਤੇਗ ਚੱਲੀ ਯੋਧਿਆਂ ਦੀ, ਉਹਨਾਂ ਜਰਨੈਲਾਂ ਦੀ ਵੱਢ ਵੱਢ ਕੇ ਸੱਥਰ ਵਿਛਾਉਂਦੇ ਵਿਛਾਉਂਦੇ ਜੈ ਚੰਦ ਆਪਣੇ ਕਾਬੂ ਕਰ ਲਿਆ। ਰਾਜਾ ਜੈ ਚੰਦ, ਹੁਣ ਜਦੋਂ ਰਾਜਾ ਜੈ ਚੰਦ ਜਿਹਦੀ ਐਡੀ ਵੱਡੀ ਸੈਨਾ, ਐਡੀ ਫੌਜ, ਲੜਾਈ ਤੇ ਹੋਈ ਸੀ ਬੀਬੀ ਤੋਂ, ਉਹਦੀ ਧੀ, ਉਹਦੇ ਮਨ ਚ ਆਇਆ ਵੀ ਇਹ ਰਾਜੇ ਨੇ ਜਾਣ ਬੁੱਝ ਕੇ ਇਹਨੂੰ ਉਹਦੇ ਨਾਲ ਵਿਆਹਿਆ, ਪਰ ਉਹ ਮਸਲਾ ਕੋਈ ਹੋਰ ਸੀ। ਸੰਗਤ ਜੀ, ਜੋ ਮਰਦ ਹੁੰਦੇ ਆ ਉਹ ਦੁਨੀਆ ਤੋਂ ਨਿਆਰੇ ਹੁੰਦੇ ਆ, ਤੇ ਮਰਦਾਂ ਦੇ ਨਾਲ ਹੀ ਕੌਮਾਂ ਮਾਣ ਪਾਉਣੀਆਂ। ਮਰਦ ਕਰਦ ਬਿਨ ਕਰਦ ਨਕੰਮੀ, ਸ਼ਾਸਤਰ ਵੀ ਮਰਦ ਚੁੱਕਦੇ, ਮੁਰਦਿਆਂ ਤੋਂ ਨਹੀਂ ਚੁੱਕ ਹੁੰਦੇ। ਮਰਦ ਕਰਦ ਬਿਨ ਕਰਦ ਨਕੰਮੀ, ਮਰਦ ਧਰਮ ਦੀ ਛੱਤ ਕਰਦ ਹੇਠ ਥੰਮੀ, ਮਰਦ ਧਰਮ ਦੀ ਛੱਤ ਕਰਦ ਛੱਤ ਹੇਠਾਂ ਥੰਮੀ, ਮਰਦ ਕਰਦ ਇਤਫਾਕ ਕਰੇ ਦੁਨੀਆ ਪਲਟਾਵੇ, ਮਰਦ ਕਰਦ ਕੇ ਗੀਤ ਸਦਾ ਕਵੀ ਚਾਤਰ ਗਾਵੇ, ਮਰਦ ਕਰਦ ਕੋ ਲਾਜ ਹੈ ਜੇ ਮੂੰਹ ਮੋੜੇ ਖੇਤ ਚੋਂ, ਮਰਦ ਕਰਨ ਤਹਈਆ ਜੇ ਕਦੇ ਤਾਂ ਤੇਲ ਨਿਕਾਲਣ ਰੇਤ ਚੋਂ। ਯੋਧਿਆਂ ਨੇ ਕਾਬੂ ਕਰ ਲਿਆ ਜੈ ਚੰਦ। ਜੈ ਚੰਦ ਹੁਣ ਸੜਾ ਹੋਈ ਵੀ ਕੀ ਕਰੀਏ? ਇੱਕ ਕਹਿੰਦਾ ਇਹਦਾ ਨੱਕ ਵੱਢੋ, ਇਹਦਾ ਨੱਕ ਬੜਾ ਉੱਚਾ ਸੀ, ਸਾਨੂੰ ਕਹਿੰਦਾ ਫਿਰਦਾ ਸੀ 3 ਸਾਲ 10 ਮਹੀਨੇ ਬਹੁਆਂ ਬੇਟੀਆਂ, ਦੂਜਾ ਤੀਜਾ ਮੈਂ ਇਹ ਕਰ ਦੂੰ ਉਹ ਕਰ ਦੂੰ, ਬੜੇ ਦਮਗਜ਼ੇ ਮਾਰਦਾ ਫਿਰਦਾ ਸੀ, ਤੇ ਅੱਜ ਆ ਗਿਆ ਜੇ ਕਾਬੂ, ਇਹਦਾ ਨੱਕ ਹੀ ਵੱਢ ਸਿੱਟੋ। ਇਹ ਕਹਿੰਦੇ ਨੱਕ ਨਹੀਂ ਕੰਨ ਵੀ ਵੱਢ ਦਿਓ ਨਾਲ। ਤੇ ਜਿਹੜੇ ਸਿਆਣੇ ਸੱਜਣ ਸੀ ਉਹ ਪਤਾ ਕੀ ਕਹਿਣ ਲੱਗੇ? ਕਹਿੰਦੇ ਨਹੀਂ, ਨਾ ਨੱਕ ਵੱਢਣਾ ਨਾ ਕੰਨ ਵੱਢੀਏ, ਉਹ ਆਂਦੇ ਫਿਰ ਗਲਾ ਹੀ ਵੱਢ ਦਿਓ। ਉਹ ਆਂਦੇ ਸਾਡੀ ਵੀ ਸੁਣ ਲਓ, ਹੁਣ ਸਿਆਣਿਆਂ ਦੇ ਅੱਗੇ ਅਦਬ, ਅਕੀਦਤ, ਸਤਕਾਰ ਸਦਾ ਹੀ ਜਿਹੜੇ ਦਾਨੇ ਨੇ ਉਹ ਰੱਖਦੇ ਨੇ, ਔਰ ਰੱਖਣਾ ਵੀ ਚਾਹੀਦਾ। ਅੱਜ ਵੀ ਨੌਜਵਾਨੋ ਆਪਣੇ ਵੱਡਿਆਂ ਦਾ ਸਤਿਕਾਰ ਕਰੋਗੇ, ਮਾਣ ਦੇ ਵਿੱਚ ਰਹੋਗੇ, ਕਦੇ ਧੋਖਾ ਨਹੀਂ ਖਾਓਗੇ। ਜਿਹੜੇ ਆਪਣੇ ਵੱਡਿਆਂ ਦਾ ਸਤਿਕਾਰ ਨਹੀਂ ਕਰਦੇ ਉਹ ਰੁਲਦੇ ਵੇਖੇ ਗਏ ਆ। ਆਪਣੇ ਬਜ਼ੁਰਗਾਂ ਨੂੰ ਅੱਗੇ ਲਾ ਕੇ ਰੱਖੋ, ਪਿਆਰ ਕਰੋ, ਔਰ ਬਜ਼ੁਰਗ ਬੱਚਿਆਂ ਨੂੰ ਨਾਲ ਲੈ ਕੇ ਚੱਲਣ। ਹਾਂ, ਹੁਣ ਜਦੋਂ ਬਜ਼ੁਰਗਾਂ ਦੀ ਮੰਨੀ, ਬਜ਼ੁਰਗ ਕਹਿੰਦੇ ਇਹਨੂੰ ਛੱਡ ਦੇਣਾ ਚਾਹੀਦਾ। ਜਦੋਂ ਇਹ ਗੱਲ ਕਹਿਣਾ ਵੀ ਇਹਨੂੰ ਛੱਡ ਦਿਓ, ਸੰਗਤ ਜੀ ਉਹਦੀਆਂ ਧਾਹਾਂ ਨਿਕਲ ਗਈਆਂ। ਕਹਿੰਦਾ ਓਏ ਉਹ ਤੁਸੀਂ ਕਿਹੜੇ ਲੋਹੇ ਦੇ ਬਾਣੇ ਹੋ, ਤੁਸੀਂ ਕਿਹੜੇ ਲੋਹੇ ਦੇ ਬਣੇ ਹੋਏ ਹੋ? ਓਏ ਮੈਂ ਇੰਨਾ ਚਿਰ ਤੁਹਾਨੂੰ ਘੇਰਾ ਕੱਤੀ ਰੱਖਿਆ, ਓਏ ਮੇਰੀ ਸਾਰੀ ਫੌਜ, ਮੇਰੀ ਸਾਰੀ ਤਾਕਤ, ਮੇਰੀ ਸਾਰੀ ਰਿਆਸਤ ਉਹ ਤੁਹਾਨੂੰ ਘੇਰਾ ਪਾ ਕੇ ਬੈਠੀ ਰਹੀ, ਮੇਰੇ ਕਾਬੂ ਨਹੀਂ ਆਏ। ਓਏ ਲੋਹੇ ਦਿਓ ਬਾਣਿਓ, ਓਏ ਲੋਹ ਪੁਰਸ਼ੋ, ਤੁਸੀਂ ਜਿੱਦਣ ਆਈ ਤੇ ਆਏ, ਮੈਨੂੰ ਮੇਰੇ ਅੰਦਰੋਂ ਜਾ ਕੇ ਕਿਲੇ ਦੇ ਵਿੱਚੋਂ ਕੱਢ ਕੇ ਲਾਏ ਹੋ। ਉਹ ਤੁਸੀਂ ਲੋਹੇ ਦੇ ਬੰਦੇ ਹੋ, ਲੋਹ ਪੁਰਸ਼ੋ, ਤੁਸੀਂ ਲੋਹ ਬਾਣੀ, ਜਿੱਥੋਂ ਲਬਾਣਾ ਸ਼ਬਦ ਪ੍ਰਚਲਿਤ ਹੋਇਆ, ਲੋਹ ਬਾਣਾ। ਸੰਗਤ ਜੀ, ਇਹ ਉਹ ਰਾਜੇ ਤੋਂ ਪ੍ਰਚਲਿਤ ਹੁੰਦਾ, ਫਿਰ ਯੋਧਿਆਂ ਦੇ ਵੱਡੇ ਵੱਡੇ ਕਾਰਜ ਸਤਿਗੁਰੂ ਦੀ ਕਿਰਪਾ ਨਾਲ ਕੀਤੇ, ਦੇਸ਼ ਦੇ ਵਿੱਚ ਤੇਗਾਂ ਬਾਈਆਂ, ਪਿਛੋਕੜ ਸਾਰਿਆਂ ਦਾ ਰਾਜਪੂਤ ਘਰਾਣੇ ਨਾਲ ਜੁੜਦਾ। ਗੁਰੂ ਨਾਨਕ ਦੀ ਜਿਹੜੀ ਸਿੱਖੀ ਆਈ ਹੈ, ਬਾਬਾ ਮਨਸੁਖ ਜੀ, ਬਾਬਾ ਮਨਸੁਖ ਗੁਰੂ ਨਾਨਕ ਦੇਵ ਜੀ ਦਾ ਗੁਰਸਿੱਖੇ ਭਾਗਾਂ ਵਾਲਿਓ। ਤੇ ਜਿਵੇਂ ਬਾਬਿਆਂ ਦੇ ਉਹਨਾਂ ਦੇ ਬਾਅਦ ਦੇ ਵਿੱਚ ਬੇੜੇ ਇੱਥੇ ਦੂਰ ਯੂਰਪ ਤੱਕ ਪਹੁੰਚੇ, ਬਾਬਾ ਮਨਸੁਖ ਜੀ ਸ਼੍ਰੀ ਲੰਕਾ ਤੱਕ ਉਹਨਾਂ ਦਾ ਬੇੜਾ ਜਾਂਦਾ ਰਿਹਾ। ਉਹ ਇਹਨਾਂ ਦੇ ਵੱਡ ਵਡੇਰੇ ਨੇ। ਬਾਬਾ ਮਨਸੁਖ ਜੀ ਤੋਂ ਗਾਂ ਹੋਏ ਬਾਬਾ ਸੌਂਦੇ ਸ਼ਾਹ ਜੀ। ਸ਼ਾਹ ਪਹਿਲਾਂ ਤੋਂ ਚੱਲਿਆ ਆਉਂਦਾ ਨਾ, ਸੌਂਦੇ ਸ਼ਾਹ ਗੁਰੂ ਅੰਗਦ ਦੇਵ ਜੀ ਦਾ ਵੇਲਾ, ਉਹ ਵੇਲਾ ਜਦੋਂ ਗੁਰੂ ਨਾਨਕ ਦੇਵ ਜੀ ਨਿਰੰਕਾਰੀ ਬਾਬਾ ਇਸ ਸੰਸਾਰ ਤੋਂ ਸੱਚੇ ਪਾਤਸ਼ਾਹ ਜੀ ਸੱਚਖੰਡ ਆਪ ਉਹ ਪ੍ਰਗਟ ਨੇ ਔਰ ਸਦਾ ਹੀ ਨੇ। ਉਹ ਦਿਨ ਨਹੀਂ ਕਦੇ ਵੀ ਸਿੱਖ ਨੂੰ ਇਹ ਭੁੱਲਣਾ ਚਾਹੀਦਾ। ਉਹ ਗੁਰਿਆਈ ਆਤੋਂ ਆ ਗੁਰੂ ਨਾਨਕ ਦੇਵ ਜੀ, ਤੇ ਗੁਰੂ ਨਾਨਕ ਦੇਵ ਜੀ ਮਹਾਰਾਜ ਉਹ ਜਿਵੇਂ ਆਏ ਉਵੇਂ ਹੀ ਸੱਚਖੰਡ ਬਰਾਜੇ ਨੇ। ਅੱਜ ਵੀ ਹਾਜ਼ਰ ਨਾਜ਼ਰ ਨੇ, ਇਹ ਨਹੀਂ ਵੀ ਉਹ ਖਤਮ ਹੋ ਗਏ ਚਲੇ ਗਏ। ਸੰਗਤ ਜੀ, ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਆਪਣੀ ਜੋਤ ਗੁਰੂ ਅੰਗਦ ਦੇਵ ਜੀ ਦੇ ਵਿੱਚ ਟਿਕਾਈ। ਕੀ ਆਵਾਜ਼ ਆਈ? ਇੱਕ ਨੇ ਜਦੋਂ ਉਹਨੇ ਤਾਂ ਚਾਦਰ ਵੀ ਵੰਡ ਲਈ, ਇੱਕ ਇਹਨਾਂ ਨੇ ਮੜੀ ਬਣਾਤੀ, ਇੱਕ ਕਬਰ ਬਣਾ ਕੇ ਪੂਜਣ ਲੱਗ ਗਏ। ਪਰ ਬਾਬੇ ਨੂੰ ਨਹੀਂ ਸੀ ਪ੍ਰਵਾਨ। ਆਵਾਜ਼ ਗੂੰਜੀ, ਨਾਲੇ ਰਾਵੀ ਚੜੀ ਹੜਾ ਕੇ ਲੈ ਗਈ। ਆਵਾਜ਼ ਕੀ ਗੂੰਜੀ ਸੀ? ਬਾਬਾ ਮੜੀ ਨਾ ਗੋਰ।
ਗੁਰੂ ਅੰਗਦ ਕੇ ਹੀਏ ਮਾਹੇ, ਉਹਦੇ ਗੁਰੂ ਅੰਗਦ ਦੇਵ ਜੀ ਦੇ ਹਿਰਦੇ ਵਿੱਚ ਵਸਦੇ ਆ। ਤੇ ਗੁਰੂ ਅੰਗਦ ਦੇਵ ਜੀ ਮਾਤਾ ਬਰਾਈ ਦਾ ਘਰ ਖਡੂਰ ਸਾਹਿਬ ਅੰਦਰ ਬੈਠੇ ਆ, ਤੇ ਮਾਤਾ ਖੀਵੀ ਜੀ ਗੁਰੂ ਅੰਗਦ ਦੇਵ ਜੀ ਦੇ ਮਹਿਲ ਸੰਗਰ ਲਾਗੇ ਹੀ ਪੈਂਦਾ। ਸੰਗਤ ਜੀ ਉਹ ਨਗਰ ਅੱਜ ਵੀ ਉਹਨਾਂ ਦੇ ਪ੍ਰੇਮ ਦੇ ਵਿੱਚ ਨੇ, ਸਹੁਰਿਆਂ ਦੇ ਨਗਰ। ਔਰ ਭਾਗਾਂ ਵਾਲਿਓ ਗੁਰੂ ਅੰਗਦ ਦੇਵ ਸੱਚੇ ਪਾਤਸ਼ਾਹ ਜੀ ਅੰਦਰ ਨੇ, ਤੇ ਗੁਰੂ ਨਾਨਕ ਦਾ ਲੰਗਰ ਜੋ ਧਰਮਸਾਲ ਦੇ ਨਾਲ ਸ਼ਬਦ ਦਾ ਲੰਗਰ, ਔਰ ਗੁਰੂ ਕੀ ਸੰਗਤ ਜੀ ਆ ਬੇਅੰਤ ਪਦਾਰਥਾਂ ਦਾ ਲੰਗਰ ਜੋ ਗੁਰੂ ਨਾਨਕ ਦੇਵ ਜੀ ਨੇ ਲਾਇਆ। ਲੰਗਰ ਮਸਤਾਨੇ ਹੋਣ ਲੱਗ ਗਏ। ਜਦੋਂ ਲੰਗਰ ਮਸਤਾਨੇ, ਮਾਤਾ ਖੀਵੀ ਨੇ ਆਵਾਜ਼ ਦਿੱਤੀ, ਗੁਰੂ ਨਾਨਕ ਦੀ ਸੰਗਤ ਜੀ ਮੇਰੇ ਸਿਰ ਦਾ ਸਾਈਂ ਅੰਦਰ ਬੈਠਾ ਜੇ। ਗੁਰੂ ਨਾਨਕ ਦੀ ਦਇਆ ਦ੍ਰਿਸ਼ਟੀ ਹੈ, ਜਿੰਨੇ ਜੋਗੀਆਂ ਲੰਗਰ ਚੱਲ ਰਹੇ ਨੇ, ਆਪ ਮਿਲੇ ਨਾ ਮਿਲੇ ਇੱਕ ਇੱਕ ਡੰਗ ਦਾ ਪ੍ਰਸ਼ਾਦਾ ਮਾਤਾ ਖੀਵੀ ਜੀ ਹੋਰਾਂ ਛਕ ਲੈਣਾ। ਜਿਹੜੀ ਸੰਗਤ ਹੋਣੀ ਉਹਨੂੰ ਲੰਗਰ ਛਕਾ ਕੇ ਤੋਰਨਾ। ਸੰਗਤ ਜੀ ਐਵੇਂ ਨਹੀਂ ਬਲਵੰਡ ਖੀਵੀ ਨੇਕ ਜਨ, ਐਵੇਂ ਨਹੀਂ ਏਡੇ ਏਡੇ ਲੱਕ ਮਿਲ ਗਏ। ਹੁਣ ਇਹ ਗੱਲ ਦਾ ਪਤਾ ਲੱਗਾ ਬਾਬੇ ਮੱਖਣ ਸ਼ਾਹ ਜੀ ਦੇ ਵੱਡ ਵਡੇਰੇ ਬਾਬੇ ਸੌਂਦੇ ਸ਼ਾਹ ਨੂੰ ਟਾਂਡਾ ਕਾਫਲਾ ਗੱਡੇ ਲੱਦੇ ਹੋਏ, ਜਿਹੜਾ ਟਾਂਡੇ ਦਾ ਮੁਖੀ ਹੁੰਦਾ, ਗਲ ਦੇ ਵਿੱਚ ਉਹਦੇ ਲੱਖਾਂ ਰੁਪਏ ਦੇ ਗਹਿਣੇ ਤੇ ਗੱਡੇ ਅਨਾਜ ਦੇ ਭਰੇ ਹੋਏ, ਜੇਬ ਦੇ ਵਿੱਚ ਵੀ ਰੋਕੜਾ, ਕਿਉਂ ਵਪਾਰੀ ਨੇ। ਜਿੱਥੇ ਕੋਈ ਸੌਦਾ ਹੁੰਦਾ ਤਕੜਾ ਸੌਦਾ ਕਰਦੇ, ਔਰ ਸੌਦਾ ਕੱਲਾ ਲੂਣ ਦਾ ਹੀ ਨਹੀਂ ਸੀ ਕਰਦੇ ਵੀ ਲੂਣ ਵੇਚਦੇ ਫਿਰਦੇ ਸੀ। ਕਸ਼ਮੀਰ ਤੋਂ ਸੁੰਦਰ ਲੈ ਕੇ ਆਉਣੇ ਉਸ ਪਰਮੇਸ਼ਰ ਦੀ ਦਇਆ ਦ੍ਰਿਸ਼ਟੀ ਨਾਲ ਮਸਾਲੇ, ਕਸ਼ਮੀਰ ਦੇ ਦੁਸ਼ਾਲੇ ਔਰ ਸੰਗਤ ਜੀ ਵਧੀਆ ਮਸਾਲੇ, ਉਹਨਾਂ ਸਾਰਿਆਂ ਨੂੰ ਲਿਆ ਕੇ ਉਧਰਲਾ ਸਮਾਨ ਇੱਧਰ ਤੇ ਇੱਧਰ ਦਾ ਉਧਰ ਲਿਜਾ ਕੇ ਵੇਚਣਾ। ਜਿਵੇਂ ਅੱਜ ਵੀ ਬਿਜ਼ਨਸ ਵਪਾਰ ਹੁੰਦੇ ਆ, ਇੱਕ ਦੂਜੀ ਕੰਟਰੀ ਦੇ ਨਾਲ ਹੁੰਦੇ ਰਹਿਣਗੇ। ਲਓ ਮੁੱਕਦੀ ਗੱਲ, ਆਓ ਭਾਈ ਸਾਹਿਬ ਮੇਰੇ ਸਤਿਗੁਰੂ ਗੁਰੂ ਹਰਕ੍ਰਿਸ਼ਨ ਸਾਹਿਬ ਬਾਲਾ ਪ੍ਰੀਤਮ ਜੀ, ਉੱਥੋਂ ਤੱਕ ਦਾ ਅੱਜ ਆਪਾਂ ਸਫ਼ਰ ਤੈਅ ਕਰਨਾ। ਔਰ ਤਿੰਨੇ ਹੀ ਦਿਨ ਮਹਾਂਪੁਰਖਾਂ ਦਾ ਇਤਿਹਾਸ, ਉਹਨਾਂ ਦੇ ਵੱਡ ਵਡੇਰਿਆਂ ਦਾ ਇਤਿਹਾਸ ਉਹ ਬਿਨਾਂ ਕਰਨ ਦਾ ਯਤਨ ਕਰਾਂਗੇ। ਮਹਾਰਾਜ ਨੇ ਕੀਤੀ ਕਿਰਪਾ ਬਾਬੇ ਸੌਂਦੇ ਸ਼ਾਹ ਜੀ ਨੂੰ ਵੀ ਗੁਰੂ ਨਾਨਕ ਦੇ ਲੰਗਰਾਂ ਨੂੰ ਲੋੜ ਹੈ ਅੱਜ ਸਿੱਖਾ। ਟਾਂਡਾ ਜਾਣਾ ਤੇ ਹੋਰ ਪਾਸੇ ਸੀ, ਜਾਣਾ ਤੇ ਹੋਰ ਕਿਸੇ ਮੰਜ਼ਲ ਨੂੰ ਸਰ ਕਰਨਾ ਸੀ। ਉਹਨਾਂ ਰੁੱਖ ਖਡੂਰ ਸਾਹਿਬ ਦਾ ਕਰ ਦਿੱਤਾ। ਖਡੂਰ ਸਾਹਿਬ ਆ ਗਏ, ਔਰ ਆਉਂਦੇ ਹੀ ਮਾਤਾ ਜੀ ਦੇ ਚਰਨਾਂ ਵਿੱਚ ਲਿਆ ਕੇ ਸਾਰੀ ਰਸਤ ਰੱਖ ਦਿੱਤੀ। ਗੱਡਿਆਂ ਤੋਂ ਲਾ ਕੇ ਮਾਤਾ ਜੀ ਦੇ ਚਰਨਾਂ ਵਿੱਚ ਧਰ ਦਿੱਤੀ। ਤੇ ਧੰਨ ਮਾਤਾ ਖੀਵੀ ਜੀ ਆਂਦੀ, ਸ਼ਾਹ ਸੌਂਦੇ ਸ਼ਾਹ ਤੂੰ ਤੇ ਸ਼ਾਹ ਜਾ, ਤੇਰਾ ਬੰਸ ਵੀ ਸ਼ਾਹ ਦਾ ਸ਼ਾਹ, ਤੇਰੇ ਬੰਸ ਦੇ ਵਿੱਚ ਸ਼ਾਹ ਪੈਦਾ ਹੋਣਗੇ। ਗੁਰੂ ਨਾਨਕ ਦੇ ਘਰ ਨਾਲ ਪੀਡੀਆਂ ਗੰਢਾਂ, ਜਾ ਗੁਰੂ ਨਾਨਕ ਦੇ ਘਰ ਨਾਲ ਪੀਡੀਆਂ ਗੰਢਾਂ, ਸਦਾ ਹੀ ਮਾਣ ਮਿਲੇਗਾ, ਅਦਬ ਮਿਲੇਗਾ। ਸੰਗਤ ਜੀ ਫਿਰ ਬਾਬੇ ਸੌਂਦੇ ਸ਼ਾਹ ਜੀ ਨੇ ਉੱਥੇ ਬਾਵਾ ਦਿਨ ਕੱਟੇ। ਮਾਤਾ ਜੀ ਨੇ ਆਪ ਤੋਰਿਆ, ਅਦਬ ਦੇ ਕੇ ਸਤਿਕਾਰ ਦੇ ਕੇ, ਜਾ ਪੁੱਤਰਾ ਜਾ ਪ੍ਰਦੇਸਾਂ ਵਿੱਚ ਖੱਟ ਕਮਾ ਕੇ ਲਿਆ, ਜਾ ਕੇ ਗੁਰੂ ਨਾਨਕ ਦੀਆਂ ਖੁਸ਼ੀਆਂ ਤੇਰੇ ਉੱਤੇ, ਜਾ ਮਿੱਟੀ ਨੂੰ ਵੀ ਹੱਥ ਲਾਏਗਾ ਸੋਨਾ ਬਣ ਜਾਏਗਾ। ਗੁਰਮੁਖ ਪਿਆਰਿਓ ਗੁਰੂ ਨਾਨਕ ਦੀ ਕਿਰਪਾ ਹੋਈ। ਕਿਤੇ ਸੰਮਣ ਮੂਸਣਾ ਦਾ ਜ਼ਿਕਰ ਆਉਂਦਾ ਹੈ। ਗੁਰੂ ਅਰਜਨ ਦੇਵ ਜੀ ਦੇ ਵੇਲੇ ਬੇਅੰਤ ਗੁਰਸਿੱਖ ਪਿਆਰੇ ਸੇਵਾ ਨਿਭਾਉਂਦੇ ਰਹੇ। 8ਵੇਂ ਮਹਾਰਾਜ ਜੀ ਦਾ ਵਕਤ ਆਇਆ ਹੀ, ਔਰ ਬਾਲਾ ਪ੍ਰੀਤਮ ਜੀ ਨਹੀਂ ਜਾਣਾ ਚਾਹੁੰਦੇ ਸੀ ਦਿੱਲੀ, ਔਰ ਦਿੱਲੀ ਦੀ ਸੰਗਤ ਬਾਰ-ਬਾਰ ਕਹਿ ਰਹੀ ਸੀ। ਮਹਾਰਾਜ ਦਾ ਪ੍ਰਕਾਸ਼ ਦਿਹਾੜਾ ਲੰਘ ਕੇ ਗਿਆ, ਕੀ ਅਰਜ਼ ਕਰਦੀ ਸੀ, ਮਹਾਰਾਜ ਮਲੇਸ਼ ਦੇ ਮੱਥੇ ਨਹੀਂ ਲੱਗਣਾ, ਨਾ ਲੱਗੋ, ਸੰਗਤ ਨੂੰ ਤੇ ਕਿਰਪਾ ਕਰਕੇ ਦਰਸ਼ਨ ਦਿਓ। ਜੋ ਭਾਣਾ ਜਿੱਥੇ ਸਤਿਗੁਰਾਂ ਨੇ ਵਰਤਾਉਣਾ ਉਹ ਨਹੀਂ, ਅਤੇ ਜੈ ਸਿੰਘ ਉਹ ਬਗਲਾ ਸਾਹਿਬ ਜਿਹਦਾ ਉਹਦਾ ਸੀ ਇਹ ਟਿਕਾਣਾ। ਸੰਗਤ ਜੀ ਸੰਗਤ ਕੱਲੀ ਬਾਲਾ ਪ੍ਰੀਤਮ ਜੀ, ਸੰਗਤ ਬੜੇ ਪ੍ਰੇਮ ਦੇ ਨਾਲ ਬਾਲਾ ਪ੍ਰੀਤਮ ਸੱਚੇ ਪਾਤਸ਼ਾਹ ਜੀ 8ਵੇਂ ਮਹਾਰਾਜ ਜੀ ਜਦੋਂ ਤੁਰਨ ਲੱਗੇ, ਭਾਗਾਂ ਵਾਲਿਓ ਤੁਰੇ ਜਾ ਰਹੇ ਨੇ। ਦਿੱਲੀ ਜਾਂਦੇ ਜਾਂਦੇ ਰਾਹ ਦੇ ਵਿੱਚ ਅੰਬਾਲਾ ਆਉਂਦਾ ਈ, ਅੰਬਾਲੇ ਦੀ ਧਰਤੀ ਏ, ਉਹਦੇ ਨਾਲ ਹੀ ਨਗਰ ਪੈਂਦਾ ਪੰਜੋਖਰਾ। ਅੱਜ ਉਹ ਪੰਜੋਖਰਾ ਸਾਹਿਬ ਬਣ ਗਿਆ, ਕਿਉਂਕਿ ਮੇਰੇ ਸਾਹਿਬ ਦੇ ਉੱਥੇ ਚਰਨ ਪਏ। ਇਸ ਧਰਤੀ ਦੇ ਉੱਤੇ ਜਦੋਂ ਬਾਲਾ ਪ੍ਰੀਤਮ ਜੀ ਪਹੁੰਚੇ, ਮਹਾਰਾਜ ਦੇ ਉੱਥੇ ਪਹੁੰਚਣ ਦੇ ਸਾਰ ਹੀ ਗੁਰਸੰਗਤ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਸੁੰਦਰ ਸਿੰਘਾਸਣ ਸਜ ਗਿਆ। ਸਿੰਘਾਸਣ ਉੱਤੇ ਗੁਰੂ ਹਰਕ੍ਰਿਸ਼ਨ ਸਾਹਿਬ ਮਹਾਰਾਜ ਜੀ ਸਜ ਗਏ ਨੇ, ਔਰ ਗੁਰਮੁਖ ਪਿਆਰਿਓ ਚੌਰ ਝੁੱਲ ਰਹੇ ਨੇ, ਛਤਰ ਝੁੱਲ ਰਹੇ ਨੇ। ਭਾਗਾਂ ਵਾਲੇ ਸਿੱਖ ਪਿਆਰ ਵਾਲੇ ਰੱਬੀ ਬਾਣੀ ਦੇ ਪ੍ਰਵਾਹ ਚੱਲ ਰਹੇ ਨੇ। ਹੁਣ ਇਹ ਕੁਝ ਵੇਖਿਆ ਉਸੇ ਇਲਾਕੇ ਦਾ, ਉਸ ਧਰਤੀ ਦਾ ਰਹਿਣ ਵਾਲਾ ਲਾਲ ਚੰਦ ਵੇਖ ਕੇ ਕਹਿੰਦਾ ਹੱਦ ਹੋ ਗਈ, ਬਾਲਕਾ ਜਿਹਾ ਤਖਤ ਤੇ ਬਿਠਾਇਆ ਹੀ ਕਿ ਉਹਨੂੰ ਚੌਰ ਚਲਾਉਂਦੇ ਫਿਰਦੇ ਨੇ, ਓਏ ਕੌਣ ਨੇ? ਗੁਰਸਿੱਖਾਂ ਕਿਹਾ ਸਾਡੇ 8ਵੇਂ ਪਾਤਸ਼ਾਹ ਜੀ ਨੇ, ਇਹ ਸਾਡੇ ਬਾਲਾ ਪ੍ਰੀਤਮ ਜੀ ਨੇ। ਕੌਣ ਨੇ?
ਆਂਦੇ ਇਹ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਨੇ, ਗੁਰੂ ਨਾਨਕ ਦੀ ਗੱਦੀ ਦੇ ਮਾਲਕ ਨੇ। ਤੇ ਲਾਲ ਚੰਦ ਹੰਕਾਰ ਦੇ ਘੋੜੇ ਚੜਿਆ ਹੋਇਆ ਸੀ। ਸੰਗਤ ਜੀ, ਹੰਕਾਰੀ ਬੰਦਾ ਜਦੋਂ ਵੀ ਬੋਲੂ ਉਹਦੇ ਮੁਖ ਦੇ ਵਿੱਚੋਂ ਉਹ ਝੱਗੇ ਹੀ ਨਿਕਲਦੀ ਆ, ਉਹਦੇ ਮੁਖ ਦੇ ਵਿੱਚੋਂ ਅੱਗ ਹੀ ਨਿਕਲਦੀ ਆ, ਚੰਗੇ ਅਲਫਾਜ਼ ਕੋਈ ਨਹੀਂ ਨਿਕਲਦੇ। ਆਂਦਾ ਉਹ ਭੱਲੇ ਤੁਹਾਡੇ, ਓਏ ਉਹ ਤੇ ਚਲੋ ਜੋ ਹੋ ਰਿਹਾ, ਤੁਸੀਂ ਚਿੱਟੇ ਧੌੜੇ ਦਾੜੇ ਤੁਹਾਡੇ, ਓਏ ਤੁਸੀਂ ਸੋਹਣੇ ਦੇਖਣ ਤੋਂ ਲੱਗਦੇ ਹੋ, ਸਿਆਣੇ ਵੀ ਲੱਗਦੇ ਹੋ, ਓਏ ਵੱਡਿਓ ਸਿਆਣਿਓ, ਇਹ ਕਿਹੜਾ ਅਵਤਾਰ ਪੈਦਾ ਹੋ ਗਿਆ ਈ? ਹਾਂ, ਦੁਆਪਰ ਦੇ ਵਿੱਚ ਆਏ ਸੀ ਕ੍ਰਿਸ਼ਨ ਮੁਰਾਰੀ, ਕ੍ਰਿਸ਼ਨ ਜੀ। ਉਹ ਕੱਲੇ ਕ੍ਰਿਸ਼ਨ ਹੀ ਬਣੇ ਤੇ ਹਰੀ ਕ੍ਰਿਸ਼ਨ ਜੀ ਬਣ ਬੈਠੇ ਨੇ। ਚਲੋ ਜੇ ਹੈਨ ਕੁਛ, ਉਹਨਾਂ ਉਚਾਰੀ ਸੀ ਗੀਤਾ ਦੁਆਪਰ ਦੇ ਵਿੱਚ, ਤੇ ਇੱਕ ਦਾ ਸ਼ਲੋਕ ਹੀ ਸੁਣਾ ਦੇਣ, ਉਹਦਾ ਅਰਥ ਹੀ ਸੁਣਾ ਦੇਣ। ਤੇ ਰੱਬ ਦੇ ਪਿਆਰੇ ਗੁਰਸੇ ਕਹਿੰਦੇ ਓਏ ਪੰਡਤਾ, ਕਿਹੜੇ ਅਰਥਾਂ ਦੀ ਗੱਲ ਕਰਦਾ ਤੇ ਕਿਹੜੇ ਗ੍ਰੰਥਾਂ ਦੀ ਗੱਲ ਕਰਦਾ? ਆ ਸਾਡੇ ਸਤਿਗੁਰਾਂ ਦੇ ਇੱਕ ਵਾਰੀ ਨੇੜੇ ਤੇ ਆ, ਨੇੜੇ ਆਏ। ਬਾਲਾ ਪ੍ਰੀਤਮ ਜੀ ਆਉਂਦਿਆਂ ਸਾਰੀ ਕਹਿਣ ਲੱਗੇ, ਕਹਿੰਦੇ ਪੰਡਤ ਜੀ, ਜਦੋਂ ਕਿਸੇ ਦੀਆਂ ਪਰਖਾਂ ਹੀ ਕਰਨੀਆਂ ਹੋਣ ਨਾ ਵੀ ਚੰਗੀ ਤਰ੍ਹਾਂ ਕਰੀਦੀਆਂ ਹੁੰਦੀਆਂ, ਪੰਡਤ ਜੀ ਅਸੀਂ ਅਰਥ ਕਰ ਵੀ ਦਿੱਤੇ, ਆਖੋਗੇ? ਓਏ ਗੁਰੂ ਹਰਕ੍ਰਿਸ਼ਨ ਸਾਹਿਬ ਇਹ ਗੁਰੂ ਕੀ ਵੰਸ਼ ਨੇ, ਸ਼ਾਇਦ ਬਚਪਨ ਵਿੱਚ ਕਿਸੇ ਕੋਲੋਂ ਸਿੱਖ ਲਏ ਹੋਣਗੇ ਜਾਂ ਸੁਣ ਲਏ ਹੋਣਗੇ ਅਰਥ। ਜਾਓ ਪੰਡਤ ਜੀ, ਜੇ ਪਰਖ ਕਰਨ ਤੇ ਹੀ ਆਏ ਹੋ, ਜਾਓ, ਜਿਹੜਾ ਪੁਰਸ਼ ਤੁਸੀਂ ਲੈ ਕੇ ਆਓਗੇ ਉਹਦੇ ਕੋਲੇ ਕਰਵਾ ਦਿਆਂਗੇ, ਜਾਓ ਜਿਹਨੂੰ ਮਰਜ਼ੀ ਲੈ ਕੇ ਆਓ। ਪੰਡਤ ਭੱਜਾ ਜਾ ਰਿਹਾ। ਸੰਗਤ ਜੀ, ਹੁਣ ਜੋ ਭੱਜਾ ਜਾ ਰਿਹਾ ਤੇ ਅੱਗੇ ਛੱਜੂ ਏ, ਛੱਜੂ ਪਿਛਲੇ ਜਨਮ ਦਾ ਵਿਦਵਾਨ ਸੀ। ਏਦਾਂ ਵੀ ਖੇਡਾਂ ਵਿਗੜਦੀਆਂ, ਵਿਦਿਆ ਕੋਲ ਹੋਵੇ ਤੇ ਉਹ ਵਿਦਿਆ ਵੰਡਣੀ ਨਹੀਂ, ਉਹਦੇ ਉੱਤੇ ਆਪ ਹੀ ਆਪਣੀ ਕੁੰਡਲੀ ਮਾਰ ਕੇ ਰੱਖਣੀ। ਸੰਗਤ ਜੀ, ਫਿਰ ਇਸ ਤਰ੍ਹਾਂ ਬਹੁਤ ਕੁਝ ਉਹਨਾਂ ਨੂੰ ਵੀ ਜਰਨਾ ਤੇ ਝੱਲਣਾ ਪਏਗਾ। ਲਓ ਤੱਕੋ ਜਰਾ ਛੱਜੂ ਵੱਲ ਜਦੋਂ ਵੇਖਿਆ, ਉਹ ਛੱਜੂ ਉਹਨੂੰ ਨਾ ਸੁਣਦਾ ਹੀ ਤੇ ਨਾ ਉਹਨੂੰ ਬੋਲਣ ਦਾ ਪਰਮੇਸ਼ਰ ਵੱਲੋਂ ਹੁਕਮ ਹੈ। ਗੂੰਗਾ ਵੀ ਹੈ ਤੇ ਬਹਿਰਾ ਵੀ ਹੈ, ਪਰ ਦੇਖ ਸਕਦਾ। ਉਹ ਵੇਖਦਾ ਛੱਜੂ ਉਹਨੂੰ ਆਪਣੇ ਔਰ ਇਸ਼ਾਰੇ ਪੰਡਤ ਕਰਦਾ। ਛੱਜੂ ਬਾਅਦ ਦੇ ਵਿੱਚ ਕਹਿੰਦਾ ਮੈਂ ਆਖਾਂ ਵੀ ਇਹਨੂੰ ਕੀ ਹੋ ਗਿਆ ਪੰਡਤ ਨੂੰ, ਇਹ ਤੇ ਮੇਰੇ ਸਾਏ ਤੋਂ ਵੀ ਡਰਦਾ ਸੀ ਵੀ ਮੈਂ ਪਿੱਟਿਆ ਨਾ ਜਾਵਾਂ, ਅੱਜ ਮੈਨੂੰ ਹੀ ਲੱਭਦਾ ਫਿਰਦਾ। ਲਓ ਸੰਗਤ ਜੀ, ਮੁੱਕਦੀ ਗੱਲ, ਨੇੜੇ ਆਇਆ, ਬਾਹੋਂ ਫੜ ਕੇ ਲੈ ਗਿਆ, ਕਹਿੰਦਾ ਜੀ ਕਰਵਾ ਦਿਓ ਇਹਦੇ ਕੋਲੋਂ ਅਰਥ। ਲਓ ਸੰਗਤ ਜੀ, ਸਤਿਗੁਰੂ ਬਾਲਾ ਪ੍ਰੀਤਮ ਜੀ ਜਿੱਥੇ ਅੱਜ ਸਰੋਵਰ ਏ, ਉੱਥੇ ਛੋਟੀ ਜੀ ਜਗ੍ਹਾ ਸੀ। ਮਹਾਰਾਜ ਕਹਿੰਦੇ ਇਸ਼ਨਾਨ ਕਰਾ ਕੇ ਲਿਆਓ, ਸਵੱਛ ਵਸਤਰ ਪਹਿਨਾਓ। ਸੋਹਣੀ ਸਵੱਛ ਜਗ੍ਹਾ ਤੇ ਛੱਜੂ ਨੂੰ ਬਿਠਾਇਆ ਤੇ ਬਾਲਾ ਪ੍ਰੀਤਮ ਜੀ ਧੰਨ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਸੀਸ ਤੇ ਛੜੀ ਰੱਖ ਦਿੱਤੀ। ਸੰਗਤ, ਛੜੀ ਰੱਖੀ ਤੇ ਬਾਲਾ ਪ੍ਰੀਤਮ ਜੀ ਮੁਖਾਰਬਿੰਦ ਤੋਂ ਪਤਾ ਕੀ ਬੋਲੇ? ਬੋਲ ਛੱਜੂਆ, ਬੋਲ ਛੱਜੂਆ, ਅਰਥਾਂ ਸਹਿਤ ਗੀਤਾ ਬੋਲ ਦੇ। ਬੋਲ ਛੱਜੂਆ, ਅਰਥਾਂ ਸਹਿਤ ਗੀਤਾ ਬੋਲ ਦੇ। ਬੋਲ ਛੱਜੂਆ, ਅਰਥਾਂ ਸਹਿਤ, ਅਰਥਾਂ ਸਹਿਤ ਗੀਤਾ ਬੋਲ ਦੇ। ਮਹਾਰਾਜ ਸੱਚੇ ਪਾਤਸ਼ਾਹ ਨੇ ਜਦੋਂ ਕਿਹਾ ਨਾ ਤੇ ਪੰਡਤ ਖਿੜ ਕੇ ਹੱਸਿਆ। ਮਹਾਰਾਜ ਕਹਿੰਦੇ ਪੰਡਤ ਜੀ ਰੁਕ ਜਾਓ, ਬੋਲ ਬੋਲੋ ਛੱਜੂਆ ਬੋਲ। ਜਦੋਂ ਕਿਹਾ ਨਾ ਬੋਲ ਤੇ ਛੱਜੂ ਬੋਲਿਆ। ਪਤਾ ਕੀ ਕਹਿੰਦੇ? ਪੰਡਤ ਲਾਲ ਚੰਦ ਜੀ ਕਸਮਨੰ ਸ਼ਾਸਤਰ ਪ੍ਰਵਿਰਤਤੇ। ਕਿਹੜੇ ਸ਼ਾਸਤਰ ਦੀ, ਕਿਹੜੇ ਗ੍ਰੰਥ ਦੀ ਮੇਰੇ ਨਾਲ ਚਰਚਾ ਕਰਨੀ ਚਾਹੁੰਦਾ, ਕਿਹੜੀ ਗੱਲ ਕਰਨੀ ਚਾਹੁੰਦਾ? ਬਸ ਸੰਗਤ ਜੀ, ਇੰਨੀ ਕਹਿਣ ਦੀ ਦੇਰ ਸੀ, ਮਾਨੋ ਇੱਕ ਵਾਰੀ ਪੰਡਤ ਮੂਰਛਿਤ ਹੀ ਹੋ ਗਿਆ। ਅੱਖਾਂ ਅੱਡੀਆਂ ਹੀ ਰਹਿ ਗਈਆਂ, ਵੇਂਦਾ ਹੀ ਰਹਿ ਗਿਆ। ਧੰਨ ਗੁਰੂ ਹਰਕ੍ਰਿਸ਼ਨ ਸਾਹਿਬ ਮੇਰੇ ਬਾਲਾ ਪ੍ਰੀਤਮ ਜੀ ਉਸ ਪੰਡਤ ਦੇ ਭਾਂਬੜ ਠਾਰਨ ਦੇ ਲਈ ਔਰ ਪੰਡਤ ਨੂੰ ਗਿਆਨ ਦੇਣ ਲਈ ਜੋ ਕਹਿੰਦੇ ਲੋ ਢਾਡੀ ਬੰਦਸ਼ ਕਹਿਣ ਲੱਗੇ। ਸੁਣਿਓ ਪ੍ਰੇਮ ਨਾਲ।
8ਵੇਂ ਗੁਰਾਂ ਤੋਂ ਭਾਂਬੜ ਮੱਚਦੇ ਹਾਂ ਮੱਚਦੇ ਲਿਆ ਆਪਣਾ ਆਪ ਤਪਾ ਠੀਕ ਕਿਹਾ ਦੇ ਪੁੱਛਦਾ ਸੁਣ ਪੰਡਤਾ ਕੀ ਕਿਹਾ ਸਵਾਲ ਤੂੰ ਪਾ ਕੋਈ ਕਮਲਾ ਭੋਲਾ ਮੋਰਾਂ ਵਾਲੀਆ ਦੋ ਪਲ ਵਿੱਚ ਦਿਉ ਮਟਾ ਜੀ ਬਾਲਾ ਪ੍ਰੀਤਮ ਜੀ ਜਦੋਂ ਪੰਡਤ ਨੂੰ ਖੜੀਆਂ ਸੁਣਾਈਆਂ ਪੰਡਤ ਨੂੰ ਪੁੱਛਿਆ ਕਸਮਨ ਸ਼ਾਸਤਰ ਪ੍ਰਵਿਰਤ ਤੇ ਮੂਰਛਤ ਹੋ ਕੇ ਡਿੱਗਿਆ ਜਲ ਮੂੰਹ ਦੇ ਵਿੱਚ ਪਾਇਆ ਉੱਠਦੇ ਹੀ ਮਹਾਰਾਜ ਦੇ ਚਰਨਾਂ ਦੇ ਉੱਤੇ ਢਹਿ ਗਿਆ ਮੈਨੂੰ ਬਖਸ਼ ਲਓ ਮਹਾਰਾਜ ਕਹਿੰਦੇ ਪੰਡਤ ਜੀ ਅਹੰਕਾਰ ਦਾ ਸਿਰ ਨੀਵਾਂ ਹੁੰਦਾ ਜੇ ਚਲੋ ਕੋਈ ਗੱਲ ਨਹੀਂ ਫਿਰ ਵੀ ਪਿਆਰ ਦੇ ਵਿੱਚ ਆ ਗਏ ਹੋ ਪਰ ਪੰਡਤ ਜੀ ਏਦਾਂ ਗੱਲ ਨਹੀਂ ਬਣਨੀ ਤੁਸੀਂ ਵਿਦਵਾਨ ਹੋ ਤੁਸੀਂ ਸਿਆਣੇ ਹੋ ਗੁਰੂ ਨਾਨਕ ਦੀ ਸਿੱਖੀ ਲੈਣੀ ਚਾਹੁੰਦੇ ਹੋ ਤੇ ਇਹ ਨਹੀਂ ਵੀ ਉਧਰ ਵੀ ਨਿਭਾਈ ਜਾਓ ਤੇ ਇੱਧਰ ਵੀ ਭਾਈ ਇੱਕ ਪਾਸਾ ਕਰਨਾ ਪੈਣਾ ਦਰ ਦੇ ਉੱਤੇ ਜੇ ਕੁੱਤਾ ਵੀ ਤੁਰਿਆ ਫਿਰੇ ਤੇ ਉਹਨੂੰ ਦੁਰ ਹੁੰਦੀ ਆ ਇੱਕ ਦਾ ਬਣ ਕੇ ਪਿਆਰ ਦੇ ਵਿੱਚ ਆ ਅਦਬ ਦੇ ਵਿੱਚ ਆ ਖਸਮ ਇੱਕੋ ਹੀ ਕਰ ਹਾਂ ਪੰਡਤ ਜੀ ਪਰ ਜੇ ਤੂੰ ਮੁੜ ਕੇ ਕਹਿਣਾ ਜਾਂ ਤੇਰੇ ਉੱਤੇ ਗੁਰੂ ਨਾਨਕ ਦੀ ਖੁਸ਼ੀ ਹੋਵੇਗੀ ਸੰਗਤ ਜੀ ਛੱਜੂ ਨੂੰ ਜਦੋਂ ਮਹਾਰਾਜ ਨੇ ਗਿਆਨ ਕਰਵਾਤਾ ਤੇ ਛੱਜੂ ਜੀ ਵਿਦਵਾਨ ਪੁਰਸ਼ ਸੀ ਪਿਛਲੇ ਜਨਮ ਦਾ ਆ ਵਿਦਿਆ ਤੇਰੀ ਪ੍ਰਗਟ ਹੋ ਗਈ ਜਾ ਜਗਨਨਾਥਪੁਰੀ ਦੀ ਧਰਤੀ ਉਸ ਧਰਤੀ ਦੇ ਉੱਤੇ ਤੇਰੀ ਬੜੀ ਲੋੜ ਹੈ ਤੇਰੀ ਫਾਈਲ ਕਹਿ ਲੋ ਤੇਰੀ ਚਿੱਠੀ ਕਹਿ ਲੋ ਉਹ ਤੇਰਾ ਪਰਵਾਨਾ ਉਸ ਧਰਤੀ ਉੱਤੇ ਆ ਉੱਥੇ ਜਾ ਕੇ ਗੁਰਬਾਣੀ ਗੁਰਮਤ ਗੁਰੂ ਨਾਨਕ ਦੀ ਸਿੱਖੀ ਦਾ ਪ੍ਰਚਾਰ ਕਰ ਇਹ ਛੱਜੂ ਦੀ ਵੰਸ਼ ਦੇ ਵਿੱਚ ਹੀ ਪੰਜਾਂ ਪਿਆਰਿਆਂ ਚੋਂ ਬਾਬਾ ਹਿੰਮਤ ਸਿੰਘ ਸਾਹਿਬ ਜੀ ਦੀ ਵੰਸ਼ ਦੇ ਵਿੱਚ ਪੈਦਾ ਹੋਏ ਜਗਨਨਾਥਪੁਰੀਓਂ ਆਏ ਤੇ ਉਧਰ ਜਿਹੜਾ ਲਾਲ ਚੰਦ ਪੰਡਤ ਸੀ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਵੇਲੇ ਤੱਕ ਰਿਹਾ ਅੰਮ੍ਰਿਤ ਛਕਿਆ ਪੰਡਤ ਨੇ ਫਿਰ ਪੰਡਤਪੁਣਾ ਕਿੱਥੇ ਰਹਿ ਗਿਆ ਫਿਰ ਤੇ ਗੁਰੂ ਨਾਨਕ ਦਾ ਸਿੱਖ ਔਰ ਕਲਗੀਧਰ ਦੀ ਵੱਡੀ ਕਿਰਪਾ ਅੰਮ੍ਰਿਤ ਲਾਲ ਸਿੰਘ ਸੱਜ ਗਿਆ ਤੇ ਸ੍ਰੀ ਚਮਕੌਰ ਸਾਹਿਬ ਦੀ ਜਿਹੜੀ ਧਰਤੀ ਦੇ ਉੱਤੇ ਜੰਗ ਲੜੀ ਗਈ ਚਮਕੌਰ ਸਾਹਿਬ ਇਹ ਪੰਡਤ ਲਾਲ ਚੰਦ ਲਾਲ ਸਿੰਘ ਬਣ ਕੇ ਸ਼ਹੀਦ ਹੋਇਆ ਸੰਗਤ ਜੀ
ਸਤਿਗੁਰੂ ਦੀਆਂ ਮਿਹਰਾਂ ਜਿਹਦੇ ਕੋਲੋਂ ਜੋ ਮਰਜ਼ੀ ਕਰਵਾ ਦੇਣ। ਲਓ ਦਵਾਰਕਾ ਦਾਸ ਜੀ ਤੱਕ ਗੱਲ ਲੈ ਕੇ ਆਉਣ ਲੱਗਾ। ਉਹ ਵੀ ਵੱਡ ਵਡੇਰੇ ਨੇ। ਬਾਬਾ ਲੱਖੀ ਸ਼ਾਹ, ਉਹਨਾਂ ਦੇ ਪਿਤਾ ਜੀ ਠਾਕੁਰ ਦਾਸ ਜੀ, ਮਹਾਰਾਜ ਸੱਚੇ ਪਾਤਸ਼ਾਹ ਦੀ ਕਿਰਪਾ, ਬਾਬਾ ਨਾਇਕ ਜੀ, ਬਹੁਤ ਪਿਆਰੀਆਂ ਰੂਹਾਂ। ਔਰ ਸੰਗਤ ਜੀ, ਮੈਂ ਇੱਕ ਹੱਥ ਬੰਨ ਕੇ ਬੇਨਤੀ ਕਰਾਂ, ਦਿੱਲੀ ਦੇ ਵਿੱਚ ਜੋ ਕੁਝ ਵੀ ਬਣਿਆ ਉਹ ਬਾਬਾ ਲੱਖੀ ਸ਼ਾਹ ਜੀ, ਉਹਨਾਂ ਦੇ ਗੱਡਿਆਂ ਦੇ ਉੱਤੇ ਸਾਰਾ ਸਾਜ਼ੋ ਸਮਾਨ ਆਇਆ। ਬੜੇ ਤਗੜੇ ਟਰਾਂਸਪੋਰਟਰ ਕਾ ਉਸ ਵੇਲੇ 3000 ਗੱਡਾ, 3000 ਗੱਡਾ ਤੇ 3000 ਗੱਡੇ ਨੂੰ ਬੈਲ ਹੋ ਗਏ 6000 ਤੇ ਸੰਗਤ ਜੀ 3000 ਗੱਡਿਆਂ ਦੇ ਉੱਤੇ ਲਾ ਲਓ। ਪਰ ਸਮਾਨ ਲੱਦਣ ਵਾਲੇ ਵੱਖਰੇ, ਲਾਉਣ ਵਾਲੇ ਵੱਖਰੇ, ਲੱਖਾਂ ਦੀ ਤਾਦਾਦ ਵਿੱਚ ਗਿਣਤੀ। ਔਰ ਇਤਿਹਾਸ ਗਵਾਏ, ਜਿੱਥੇ ਜਾ ਕੇ ਇਹਨਾਂ ਦਾ ਕਾਫਲਾ ਰੁਕਦਾ ਉੱਥੇ ਖੂਹ ਪੁੱਟ ਕੇ ਮਾਲ ਮੱਤੇ ਨੂੰ ਵੀ ਔਰ ਆਪ ਨੂੰ ਵੀ ਪਾਣੀ ਖੂਹ ਪੁੱਟ ਕੇ ਪੀਣਾ ਪੈਂਦਾ। ਅੱਜ ਵੀ ਖੂਹ ਮਿਲਦੇ ਨੇ। ਇੱਕ ਇਹਦਾ ਖੂਹ ਹੈ, ਉਹ ਕਈ ਜਗ੍ਹਾ ਝੀਲਾਂ, ਸਾਗਰ ਸ਼ਹਿਰ ਜਿਹੜਾ ਉਹ ਬਾਬੇ ਲੱਖੀ ਸ਼ਾਹ ਦਾ ਉਸ ਵੇਲੇ ਉਹ ਉਮੀਦ ਕੀਤਾ ਗਿਆ, ਭਰੋਸਾਇਆ ਗਿਆ। ਬਾਬਾ ਲੱਖੀ ਸ਼ਾਹ ਸਾਗਰ ਸ਼ਹਿਰ, ਉਹ ਜਿਹੜੀ ਲੇਕ ਹੈ, ਉਹ ਜਿਹੜੀ ਝੀਲ ਹੈ, ਉਹ ਬਾਬਾ ਲੱਖੀ ਸ਼ਾਹ ਜੀ ਨੇ ਬਣਾਈ ਸੀ। ਲਾਖਾ ਜੀ ਕੀ ਝੀਲ ਬੋਲਦੇ ਉਸ ਨੂੰ। ਸੰਗਤ ਜੀ, ਬਾਬੇ ਲੱਖੀ ਸ਼ਾਹ ਦੇ ਖੂਹ ਅੱਜ ਵੀ ਹਰਿਆਣੇ ਵਿੱਚ, ਯੂਪੀ ਵਿੱਚ, ਕਈ ਹੋਰ ਇੱਧਰ ਉੱਧਰ ਦੇ ਪਿੰਡਾਂ ਦੇ ਵਿੱਚ ਮਿਲਦੇ ਨੇ। ਹੁਣ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਦਾ ਵੇਲਾ, ਤੇ ਕਿਵੇਂ ਹੋ ਸਕਦਾ ਵੀ ਬਾਬਾ ਲੱਖੀ ਸ਼ਾਹ ਉਹਦੇ ਵੱਡ ਵਡੇਰੇ ਮਹਾਰਾਜ ਨਾਲ ਮੇਲ ਨਾ ਹੋਇਆ ਹੋਵੇ। ਸਤਿਗੁਰਾਂ ਦੇ ਨਾਲ ਮੇਲ ਹੈ। ਔਰ ਜਿਹੜਾ ਬੰਗਲਾ ਸਾਹਿਬ ਵੀ ਸੀ ਉਸ ਵੇਲੇ ਜੈ ਸਿੰਘ ਦਾ, ਜਿੱਥੇ ਬਾਲਾ ਪ੍ਰੀਤਮ ਜੀ ਅਟਕੇ ਨੇ, ਇਹ ਸਾਰਾ ਜੋ ਵੀ ਸਾਜ਼ੋ ਸਮਾਨ ਆਇਆ ਇਹ ਵੀ ਗੱਡਿਆਂ ਤੇ ਬਾਬੇ ਲੱਖੀ ਸ਼ਾਹ ਦੇ ਆ। ਮੇਲ ਹੋਇਆ, ਪਿਆਰ ਮਿਲਿਆ। ਔਰ ਦੁਹਾਈ ਰੱਬ ਦੀ, ਦਿੱਲੀ ਦੇ ਅੰਦਰ ਚੇਚਕ ਦੀ ਬਿਮਾਰੀ, ਦਿੱਲੀ ਦੇ ਅੰਦਰ ਹੈਜੇ ਦੀ ਬਿਮਾਰੀ, ਦਿੱਲੀ ਦੇ ਅੰਦਰ ਦੁਨੀਆ ਕੁਰਲਾ ਉੱਠੀ। ਪੰਡਾਂ ਦੀਆਂ ਪੰਡਾਂ, ਉਹਨਾਂ ਨੂੰ ਚੁੱਕਣ ਵਾਸਤੇ ਬਾਲਾ ਪ੍ਰੀਤਮ ਜੀ ਪੰਜੋਖਰਾ ਸਾਹਿਬ ਤੋਂ ਦਿੱਲੀ ਵੱਲ ਜਾ ਰਹੇ ਨੇ। ਲਓ ਦਿੱਲੀ ਦੀ ਧਰਤੀ ਤੇ ਗਏ। ਉਹ ਜੋ ਪੰਡਤ ਦੇ ਦਿਲ ਦੇ ਵਿੱਚ ਸੀ, ਰਾਜੇ ਜੈ ਸਿੰਘ ਦੀ ਰਾਣੀ ਦੇ ਮਨ ਵਿੱਚ ਵੀ ਆ ਗਿਆ ਭਈ ਇਹਨਾਂ ਦੀ ਨਿਕੜੀ ਜੀ ਉਮਰ ਹੈ, ਇਹ ਬਾਲਾ ਪ੍ਰੀਤਮ ਨੇ, ਮੈਂ ਮੰਨਦੀ ਆ। ਪਰ ਜੇ ਕਿਤੇ ਮੈਨੂੰ ਆਵਾਜ਼ ਦੇ ਕੇ ਕਹਿ ਦੇਣ ਵੀ ਰਾਣੀਏ ਆ ਤੂੰ ਰਾਣੀ, ਔਰ ਜੇ ਇਹ ਗੱਲ ਬਣ ਗਈ ਤੇ ਮੈਂ ਸੱਚੇ ਪਾਤਸ਼ਾਹ ਨੂੰ ਸਦਾ ਵਾਸਤੇ ਮੰਨ ਲਾਂਗੀ। ਲਓ ਸੰਗਤ ਜੀ, ਹੁਣ ਉੱਥੇ ਪਰਖ ਉਮਰ ਕਰਕੇ। ਪਰ ਇੱਕ ਮੈਂ ਬੇਨਤੀ ਕਰਾਂ, ਗੁਰੂ ਸਾਹਿਬ ਜੋਤ ਨੇ, ਗੁਰੂ ਸਾਹਿਬ ਸਰੀਰ ਕੋਈ ਨਹੀਂ, ਜੋਤ ਨੇ। ਔਰ ਬਾਲਾ ਪ੍ਰੀਤਮ ਜੀ, ਗੁਰੂ ਨਾਨਕ ਦੇਵ ਜੀ ਨੇ ਕੋੜੀ ਰਾਜੀ ਕੀਤੇ, ਗੁਰੂ ਅਮਰਦਾਸ ਜੀ ਨੇ ਕੋੜੀ ਰਾਜੀ ਕੀਤੇ। ਅੱਜ ਵੀ ਉੱਥੇ ਗੋਇੰਦਵਾਲ ਸਾਹਿਬ ਮੱਥੋ ਮਰਾਰੀ ਦਾ ਜ਼ਿਕਰ ਹੁੰਦਾ, ਪ੍ਰੇਮਾ ਕੋੜੀ ਸੀ ਪਹਿਲਾਂ ਉਹ, ਤੇ ਗੁਰੂ ਹਰਕ੍ਰਿਸ਼ਨ ਸਾਹਿਬ ਮਹਾਰਾਜ ਜੀ ਨੇ ਬਚਪਨ ਦੇ ਅੰਦਰ ਹੀ ਕੋੜੀਆਂ ਨੂੰ ਰਾਜੀ ਕੀਤਾ। ਲਓ ਸੰਗਤ ਜੀ, ਹੁਣ ਜਦੋਂ ਆ ਬੈਠੇ ਨੇ ਸਾਰੇ, ਰਾਣੀ ਨੇ ਗੋਲੀਆਂ ਦੇ 2-3 ਦੇ ਕੱਪੜੇ ਪਵਾਤੇ ਰਾਣੀ ਵਾਲੇ, ਆਪਣੀ ਵਰਦੀ, ਤੇ ਆਪ ਗੋਲੀਆਂ ਵਾਲੇ ਕੱਪੜੇ ਪਾ ਕੇ ਵਿੱਚ ਬਹਿ ਗਈ। ਫਿਰ ਮਹਾਰਾਜ ਦੀ ਪਰਖ ਕਰਨੀ ਆ। ਸੰਗਤ ਜੀ, ਗੁਰੂ ਸਾਹਿਬ ਦੀ ਪਰਖ ਨਹੀਂ ਕਰਨੀ ਚਾਹੀਦੀ। ਉਹ ਸਿੱਖਾ, ਤੇਰਾ ਸਤਿਗੁਰੂ, ਤੇਰਾ ਗੁਰੂ ਦਿਆਲੂ ਹਰ ਵੇਲੇ, ਤੈਨੂੰ ਮੰਨਣਾ ਨਾ ਆਵੇ ਤਾਂ ਕੀ ਕਰੀਏ? ਉਹਦਾ ਦਾਤਾ ਦੇਂਦੇ ਥੱਕਦਾ ਹੀ ਨਹੀਂ। ਪੱਲਾ ਅੱਡਣਾ ਯਾਰ, ਜੇ ਹੁਣ ਤੈਨੂੰ ਪੱਲਾ ਅੱਡਣਾ ਨਾ ਆਵੇ ਤਾਂ ਕੀ ਕਰੀਏ? ਸਤਿਗੁਰਾਂ ਦੀ ਪਰਖ ਨਹੀਂ ਕਰੀਦੀ, ਸਤਿਗੁਰਾਂ ਨੂੰ ਪਿਆਰ ਦੇਈਦਾ। ਲਓ ਢਾਡੀ ਕਲੀ ਕਹਿਣ ਲੱਗਿਆ, ਪਿਆਰ ਦੇ ਨਾਲ ਕਲੀ ਗਈ ਹੈ ਜੋੜੇ ਦੀ। ਗੁਰਮੁਖ ਪਿਆਰਿਓ, ਹੁਣ ਸੱਚੇ ਪਾਤਸ਼ਾਹ ਧੰਨ ਧੰਨ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਜਦੋਂ ਗਏ ਤੇ ਇੱਛਾ ਦੱਸ ਦਿੱਤੀ। ਕਹਿੰਦੇ ਰਾਣੀ ਦੀ ਇੱਛਾ। ਮਹਾਰਾਜ ਕਹਿੰਦੇ ਅੱਛਾ ਭਾਈ, ਕਹਿੰਦੇ ਕੋਈ ਨਹੀਂ, ਫਿਰ ਜੇ ਪਰਖੀ ਕਰਨੀ ਹੈ ਸੱਚੇ ਪਾਤਸ਼ਾਹ ਸਾਨੂੰ ਦਿੱਲੀ ਤੇ ਪਰਖਾਂ ਕਰਵਾਉਂਦਾ ਹੀ ਲਿਆਇਆ, ਮਹਾਰਾਜ ਮਿਹਰ ਕਰਨਗੇ। ਲਓ ਤੱਕਿਓ ਜਰਾ ਸੰਗਤ ਜੀ, ਹੁਣ ਮਹਾਰਾਜ ਬਾਲਾ ਪ੍ਰੀਤਮ ਜੀ ਰਾਣੀ ਦੇ ਸਿਰ ਤੇ ਛੜੀ ਰੱਖ ਕੇ ਕੀ ਕਹਿਣਗੇ, ਕੀ ਕਰਨਗੇ? ਉਹ ਜੋੜੇ ਦੀ ਕਲੀ ਢਾਡੀਆਂ ਦੀ ਪੁਰਾਤਨ ਬੰਦਸ਼ ਕਹਿਣ ਲੱਗੇ। ਸੁਣਿਓ ਪ੍ਰੇਮ ਨਾਲ। ਗਿਆਨ ਧਿਆਨ ਕਿਸੇ ਕਰਮ ਨਾ ਜਾਣਾ, ਸਾਰੀ ਨਾ ਜਾਣਾ ਤੇਰੀ, ਸਭ ਤੋਂ ਵੱਡਾ ਸਤਿਗੁਰੂ ਨਾਨਕ, ਜਿਨ ਕਲ ਰਾਖੀ ਮੇਰੀ। ਓਏ ਰਾਜਾ ਜੈ ਸਿੰਘ ਦੀ ਰਾਣੀ ਨੇ ਜਦ ਇਹ ਸੁਣਿਆ ਹੈ, ਰਾਣੀ ਨੇ ਜਦ ਇਹ ਸੁਣਿਆ ਹੈ, ਬੰਦੇ ਰਾਮ ਨਾਮ ਇੱਕ ਬੇੜੀ ਹੈ, ਤੇ ਚੜ ਜਾ ਜੇ ਮਨਸਾ ਤੇਰੀ ਹੈ, ਇੱਥੇ ਜੋਗੀਆਂ ਬਾਣੀ ਫੇਰੀ ਓ ਮੇਲੇ ਹੋਣ ਸਬਬਾਂ ਦੇ,
ਕਲਿਆਣੀ ਆਪਣੇ ਮਹਿਲਾਂ ਦੇ ਵਿੱਚ ਬਾਲ ਗੁਰੂ ਨੂੰ ਸੱਦਿਆ ਹੈ ਸ਼ਰਧਾ ਨਾਲ ਛਕਾਉਣ ਲਈ ਪ੍ਰਸ਼ਾਦਾ ਪਾਣੀ ਪ੍ਰਸ਼ਾਦਾ ਪਾਣੀ ਦਿਲ ਵਿੱਚ ਖਿਆਲ ਹੀ ਅਨੋਖਾ ਆਇਆ ਹੈ ਫਿਰ ਰਾਣੀ ਦੇ ਇੱਥੇ ਇਸ ਗੁਰੂ ਦੀ ਪਰਖ ਕਰੀ ਹੈ ਜਾਣੀ ਰਾਣੀ ਵਿੱਚ ਗੋਲੀਆਂ ਦੇ ਚੁੱਪ ਕਰਕੇ ਬੈਠ ਗਈ ਹਾਂ ਚੁੱਪ ਕਰਕੇ ਬੈਠ ਗਈ ਦਮ ਦਮ ਦਾ ਕੀ ਪਰਵਾਸਾ ਹੈ ਇਹ ਪਾਣੀ ਵਿੱਚ ਪਤਾਸਾ ਹੈ ਸਿਰ ਕੁੱਕੇ ਕਾਲ ਗੰਡਾਸਾ ਵੀਰ ਰੋ ਇੱਕ ਦਿਨ ਚੱਲਣਾ ਸਾਰਿਆਂ ਰਾਣੀ ਦੇ ਦਿਲ ਦੇ ਵਿੱਚ ਚੁੱਪ ਕਰਕੇ ਜਾ ਬੈਠ ਗਈ ਬਈ ਰਾਣੀ ਵਿੱਚ ਗੋਲੀਆਂ ਚੁੱਪ ਕਰਕੇ ਜਾ ਬੈਠ ਗਈ ਪੈਨ ਪੁਸ਼ਾਕ ਮਾਮੂਲੀ ਸਾਦੀ ਜਹੀ ਪੁਰਾਣੀ ਰਾਣੀ ਦੇ ਦਿਲ ਵਿੱਚ ਬਈ ਬੜਾ ਹੀ ਭਰਮ ਭਲੇਖਾ ਸੀ ਮਿੱਟੀ ਵਿੱਚ ਗੋਲੀਆਂ ਜਾਣੀ ਨਹੀਂ ਪਛਾਣੀ ਰਾਣੀ ਦੇ ਦਿਲ ਵਿੱਚ ਵੇ ਬੜਾ ਹੀ ਭਰਮ ਭਲੇਖਾ ਸੀ ਕਿ ਬੈਠੀ ਵਿੱਚ ਗੋਲੀਆਂ ਜਾਣੀ ਨਹੀਂ ਪਛਾਣੀ ਮਨ ਦੇ ਵਿੱਚ ਆ ਤੇ ਮੈਂ ਗੋਲੀਆਂ ਵਿੱਚ ਬੈਠੀ ਪਛਾਣੀ ਨਹੀਂ ਜਾਣੀ ਪਰ ਬਾਲਾ ਪ੍ਰੀਤਮ ਜੀ ਆ ਦੇਖੋ ਦੁੱਧ ਪਾਣੀ ਦਾ ਪਾਣੀ ਲੱਗੇ ਕਰਨ ਹਾਂਜੀ ਓਏ ਬੈਠੀ ਵਿੱਚ ਗੋਲੀਆਂ ਜਾਣੀ ਨਹੀਂ ਪਛਾਣੀ ਹੱਥ ਵਿੱਚ ਛੜੀ ਗੁਰਾਂ ਦੇ ਬੁੱਲੀਆਂ ਦੇ ਵਿੱਚ ਹੱਸਦੇ ਨੇ ਵੇ ਬੁੱਲੀਆਂ ਦੇ ਵਿੱਚ ਹੱਸਦੇ ਨੇ ਜਾਣੀ ਜਾਣ ਸਤਿਗੁਰੂ ਜਾਣੀ ਜਾਣ ਸਤਿਗੁਰੂ ਹਾਂ। ਜਾਣੀ ਜਾਣ ਸਤਿਗੁਰੂ ਗਏ ਸਮਝ ਕਹਾਣੀ ਜਾਣੀ ਜਾਣ ਸਤਿਗੁਰੂ ਗਏ ਸਮਝ ਕਹਾਣੀ ਭੁੱਲਿਆ ਕੀ ਹੋ ਹਾਂ ਭੁੱਲਿਆ ਕੀ ਸੀ ਸੰਗਤੇ ਦੀਨ ਦੁਨੀ ਦੇ ਕਾਲੇ ਨੂੰ ਵੇ ਦੀਨ ਦੁਨੀ ਦੇ ਬੰਦੇ ਨੂੰ ਜਿਸ ਦੇ ਰੋਮ ਰੋਮ ਵਿੱਚ ਜਿਸ ਦੇ ਰੋਮ ਰੋਮ ਵਿੱਚ ਜਿਸ ਦੇ ਰੋਮ ਰੋਮ ਵਿੱਚ ਬਸੀ ਇਲਾਹੀ ਬਾਣੀ ਸਭ ਕੁਝ ਜਾਣਨ ਵਾਲੇ ਓਹੋ ਸਭ ਕੁਝ ਜਾਣਨ ਵਾਲੇ ਤੋਂ ਸਦਕੇ ਜਿਸ ਦੇ ਰੋਮ ਰੋਮ ਵਿੱਚ ਜਿਸ ਦੇ ਰੋਮ ਰੋਮ ਵਿੱਚ ਜਿਸ ਦੇ ਰੋਮ ਰੋਮ ਵਿੱਚ ਬਸੀ ਇਲਾਹੀ ਬਾਣੀ ਸਤਿਗੁਰ ਮੋਰਾ ਮੋਰਾ ਵਾਲੀਆ ਸਤਿਗੁਰ ਗਏ ਗੋਲੀਆਂ ਕੋਲੋਂ ਦੀ ਵੇ ਗਏ ਗੋਲੀਆਂ ਕੋਲੋਂ ਦੀ ਗਏ ਗੋਲੀਆਂ ਕੋਲੋਂ ਦੀ ਸਦਕੇ ਛੜੀ ਟਿਕਾ ਕੇ ਸਿਰ ਤੇ ਛੜੀ ਟਿਕਾ ਕੇ ਸਿਰ ਤੇ ਛੜੀ ਟਿਕਾ ਕੇ ਸਿਰ ਤੇ ਕਹਿੰਦੇ ਆ ਹੈ ਰਾਣੀ
ਛੜੀ ਟਕਾ ਕੇ ਸਿਰ ਤੇ ਕਹਿੰਦੇ ਆਹੇ ਰਾਣੀ ਮੈਂ ਅਰਜ਼ਾਂ ਕਰਦਾ ਤੇਰੀਆਂ ਮੈਨੂੰ ਰੋਜ਼ ਹੀ ਉਡੀਕਾਂ ਉਡੀਕਾਂ ਤੇਰੀਆਂ ਕਿਤੇ ਬਾਉ ਜੀ ਸੰਗਤ ਬਲ ਫੇਰੀਆਂ ਸੰਗਤੇ ਕੋ ਵਾਹਿਗੁਰੂ ਸਾਡੀ ਫੇਰ ਬੇਨਤੀ ਗੱਜ ਕੇ ਕਹਿ ਦਿਓ ਵਾਹਿਗੁਰੂ ਕਹਿ ਦਿਓ ਵਾਹਿਗੁਰੂ ਬਈ ਜਪ ਲੋ ਵਾਹਿਗੁਰੂ ਵਾਹਿਗੁਰੂ। ਰਾਣੀ ਦੇ ਮਨ ਵਿੱਚ ਸੀ ਵੀ ਮੇਰੀ ਪਛਾਣ ਹੀ ਨਹੀਂ ਹੋਣੀ, ਗੋਲੀਆਂ ਵਾਲੇ ਕੱਪੜੇ ਪਾ ਕੇ ਜਿਵੇਂ ਬੈਠੀ ਆ। ਮਹਾਰਾਜ ਗਏ, ਜਿਹੜੀ ਰਾਣੀ ਬਣੀ ਬੈਠੀ ਸੀ ਪਲੰਘੇ ਤੇ, ਮਹਾਰਾਜ ਜਾ ਕੇ ਰੱਖ ਕੇ ਨਾ ਸਿਰ ਤੇ ਛੜੀ ਸੀ। ਸੱਚੇ ਪਾਤਸ਼ਾਹ ਜੀ ਕਹਿੰਦੇ ਆ ਤੇ ਨਹੀਂ ਰਾਣੀ। ਰਾਣੀ ਦੇ ਮਨ ਵਿੱਚ ਵੀ ਛੜੀ ਉਧਰ ਰੱਖਦੀ। ਮਹਾਰਾਜ ਜੀ ਨੇ ਵੀ ਜਦੋਂ ਸਿਰ ਤੇ ਛੜੀ ਟਕਾਈ ਕਹਿੰਦੇ ਨਹੀਂ ਆ ਵੀ ਨਹੀਂ ਰਾਣੀ, ਆ ਵੀ ਨਹੀਂ ਰਾਣੀ। ਤੇ ਜਿਹੜੀ ਗੋਲੀ ਬਣ ਕੇ ਬੈਠੀ ਸੀ ਸੀਸ ਤੇ ਛੜੀ ਟਕਾ ਕਹਿੰਦੇ ਆ ਹੈ ਰਾਣੀ। ਵਾਹਿਗੁਰੂ। ਪਰ ਭਾਈ ਹੁਣ ਅਸੀਂ ਇੱਥੇ ਰਹਿਣਾ ਨਹੀਂ ਚਾਹੁੰਦੇ। ਰੱਬ ਦੇ ਪਿਆਰਿਆਂ ਦੀਆਂ ਪਰਖਾਂ ਪਿਆਰ ਵਾਲੇ ਤੇ ਨਹੀਂ ਕਰਦੇ ਹੁੰਦੇ, ਮਨ ਦੇ ਵਿੱਚ ਇਹ ਆਇਆ ਹੀ ਕਿਉਂ? ਆਹਾ ਉਹ ਪਿਆਰ ਵਾਲੀ ਸੀ ਜੈ ਸਿੰਘ ਤੇ ਉਹਦੀ ਘਰ ਵਾਲੀ। ਮਹਾਰਾਜ ਦੇ ਚਰਨ ਫੜ ਲਏ। ਮਹਾਰਾਜ ਜਾਣਾ ਤੇ ਅਸੀਂ ਜਾਵਾਂਗੇ, ਇਹ ਸਾਡਾ ਥੋੜੀ ਏ, ਇਹ ਤੁਹਾਡਾ ਹੀ ਕਰ ਜੇ। ਔਰ ਅੱਜ ਬੰਗਲਾ ਸਾਹਿਬ, ਕਿਹਦਾ ਬੰਗਲਾ ਸਾਹਿਬ ਵੱਜਦਾ ਜੀ? ਧੰਨ ਗੁਰੂ ਹਰਕ੍ਰਿਸ਼ਨ ਸਾਹਿਬ ਸੱਚੇ ਪਾਤਸ਼ਾਹ ਜੀ, ਬਾਲਾ ਪ੍ਰੀਤਮ ਜੀ, ਬੰਗਲੇ ਵਾਲੇ ਪਾਤਸ਼ਾਹ, ਬੰਗਲਾ ਸਾਹਿਬ ਦੇ ਮਾਲਕ। ਸਮਾਂ ਹੋ ਗਿਆ ਸੰਗਤ ਜੀ, ਰਫਤਾਰ ਦੇ ਨਾਲ ਤੁਰਿਆ ਜਾ ਰਿਹਾ ਨਗਮਾ। ਕੱਲ ਤੋਂ ਫੇਰ ਇਥੋਂ ਆਰੰਭਤਾ ਕਰਾਂਗੇ। ਬਾਬਾ ਲੱਖੀ ਸ਼ਾਹ ਜੀ, ਉਹਦਾ ਪਰਿਵਾਰ, ਬਾਬਾ ਨਗਾਈਆ ਜੀ, ਬਾਬਾ ਮਾਲਾ ਜੀ, ਉਹ ਸਾਰੇ ਦੇ ਸਾਰੇ 8 ਪੁੱਤ। ਮੈਂ ਬੇਨਤੀ ਕਰਾਂ, ਸਾਰਾ ਖਾਨਦਾਨ ਇਹ ਸ਼ਹੀਦਾਂ ਦਾ ਖਾਨਦਾਨ ਹੈ, ਇਹ ਮਰਦਾਂ ਦਾ ਖਾਨਦਾਨ ਹੈ। ਉਹ ਬੀਬੀ ਸੀਤੋ ਬਾਈ ਲੱਖੀ ਸ਼ਾਹ ਜੀ ਦੀ ਸੁਪੁੱਤਰੀ, ਜਿਹੜੀ ਅੰਮ੍ਰਿਤ ਛਕ ਕੇ ਬਸੰਤ ਕੌਰ ਬਣੀ। ਭਾਈ ਮਣੀ ਸਿੰਘ ਜੀ ਨਾਲ ਵਿਆਹੇ ਗਏ। ਔਰ 10 ਪੁੱਤਰ ਬੱਬਰ ਸ਼ੇਰ ਯੋਧੇ, ਜਿਨ੍ਹਾਂ ਦੀ ਕੁੱਖ ਤੋਂ ਪੈਦਾ ਹੋਏ ਭਾਈ ਬਚਿੱਤਰ ਸਿੰਘ, ਉਦੈ ਸਿੰਘ, ਇਹ ਗੁਰੂ ਕੇ ਲਾਲ ਸਾਰੇ। ਸੰਗਤ ਜੀ ਹੱਥ ਬੰਨ ਕੇ ਬੇਨਤੀ, ਉਹ ਬੀਬੀ ਬਸੰਤ ਕੌਰ ਵੀ ਸ਼੍ਰੀ ਅਨੰਦਪੁਰ ਸਾਹਿਬ ਸ਼ਹੀਦ ਹੋਈ ਆ। ਬਾਬੇ ਲੱਖੀ ਸ਼ਾਹ ਦੀ ਸੁਪੁੱਤਰੀ ਉਹ ਵੀ ਸ਼ਹੀਦ ਹੋਈ ਆ। ਉਹਨਾਂ ਸਾਰਿਆਂ ਸ਼ਹੀਦਾਂ ਮਰੀਦਾਂ ਦਾ ਯਤਨ ਕਰਾਂਗੇ ਆਪ ਜੀ ਦੀ ਖਿਦਮਤ ਦੇ ਵਿੱਚ। ਕੱਲ ਪਰਸੋਂ ਜਿੰਨਾ ਜਸ ਹੋ ਜਾਏ, ਗੁਰੂ ਲੱਧ ਹੋ ਰੇ, ਗੁਰੂ ਲੱਧ ਹੋ ਰੇ, ਉਹ ਤੇ ਰੱਟ ਆਪਾਂ ਲਾਉਣੀ ਆ। ਪਿਆਰ ਬਣਦਾ, ਮਹਾਰਾਜ ਮਿਹਰ ਕਰੇ, ਕਿੰਤੂ ਪਰੰਤੂ ਤੋਂ ਬਚੀਏ। ਬੜੇ ਪ੍ਰੇਮ ਦੇ ਅੰਦਰ ਸਾਰੀ ਪ੍ਰਬੰਧਕ ਮਾਰਕੀਟ ਫਰੇ ਵਾਲੇ ਜਿੰਨੇ ਵੀ ਵੀਰ ਨੇ, ਉਹ ਨਾਸ਼ ਵਾਲੇ ਜਾਂ ਬਰੂਨੋ ਵਾਲੇ, ਤੀਸਰੀ ਵੀ ਅੱਜ ਪਤਾ ਲੱਗੀ ਇੱਕ, ਸਾਰੇ ਉਧਰਲੇ ਪ੍ਰਬੰਧਕ ਪਿਆਰ ਦੇ ਵਿੱਚ। ਮਾਸਟਰ ਜੀ ਹੋਰੀ, ਜਗਤਾਰ ਸਿੰਘ ਜੀ, ਖਾਲਸਾ ਜੀ, ਰੱਬ ਦੇ ਪਿਆਰੇ, ਬੜੀਆਂ ਪ੍ਰੇਮ ਵਾਲੀਆਂ ਰੂਹਾਂ, ਗੁਰਮੁਖ ਪਿਆਰਿਓ ਸਾਰੇ ਆਏ ਹੋ। ਅਸੀਂ ਸਾਰਾ ਯੂਰਪ ਘੁੰਮਿਆ ਔਰ ਤੁਸੀਂ ਕਿਰਪਾ ਕੀਤੀ ਜੇ। ਇਹ ਸਾਧ ਸੰਗਤ ਆਸਟਰੀਆ, ਇਹ ਹੱਥ ਬੰਨ ਕੇ ਬੇਨਤੀ, ਇਦਾਂ ਹੀ ਸਾਂਝ, ਇਹ ਮਹਾਰਾਜ ਕਿਰਪਾ ਕਰੇ। ਅਸੀਂ ਤੇ ਨਿਕੰਮੇ ਜਾਏ ਆ, ਤੁਸੀਂ ਨਿਭਾਈ ਚੱਲਿਓ। ਇਹ ਪਿਆਰ ਸਦਾ ਹੀ ਬਣਿਆ ਰਵੇ। ਔਰ ਸਾਨੂੰ ਮਾਣ ਹੈ ਆਸਟਰੀਆ ਦੀ ਸਾਰੀ ਸਾਧ ਸੰਗਤ ਤੇ, ਗੁਰੂ ਘਰਾਂ ਤੇ, ਪ੍ਰਬੰਧਕਾਂ ਤੇ, ਸੇਵਾਦਾਰਾਂ ਤੇ, ਔਰ ਦਸਾਂ ਨੌਂ ਦੀ ਕਿਰਤ ਕਮਾਈ ਕਰਕੇ ਤੁਸੀਂ ਭਲੇ ਪਾਸੇ ਵੀ ਲਾਉਂਦੇ ਹੋ। ਸਿੱਖ ਚੈਨਲਸ ਬਾਰੇ ਇੱਥੇ ਬਾਬਾ ਪ੍ਰੇਮ ਸਿੰਘ ਸਾਹਿਬ ਜੀ ਨੌਜਵਾਨ ਸਭਾ ਦੇ ਸਾਰੇ ਵੀਰ, ਬਾਬਾ ਮੱਖਣ ਸ਼ਾਹ ਜੀ ਐਸੋਸੀਏਸ਼ਨ ਦੇ ਸਾਰੇ ਵੀਰ, ਭਾਗਾਂ ਵਾਲੇ ਉਹ ਸਾਰੇ। ਅਸੀਂ ਜਿੱਥੇ ਵੀ ਗਏ, ਸਰਦਾਰ ਜੋਗਿੰਦਰ ਸਿੰਘ ਹੋਰੀ ਪੈਰ ਪੈਰ ਦੇ ਉੱਤੇ ਆਪ ਫੋਨ ਕਰ ਕਰਕੇ ਵੀ ਕਿਸੇ ਕਿਸਮ ਦੀ ਕੋਈ ਦਿੱਕਤ ਇਹ ਨਹੀਂ ਵੀ ਇੱਕ ਵਾਰੀ ਚਲੋ ਆ ਗਏ ਤੇ ਮੁੜ ਕੇ ਪਿੱਛਾ ਜਾਂ ਖੇੜਾ ਛੱਡ ਦਿੱਤਾ ਨਾ। ਭਾਗਾਂ ਵਾਲਿਓ, ਕਿਤੇ ਟਰਾਂਸਪੋਰਟ ਦੀ ਲੋੜ ਪਈ, ਉਹ ਆਪ ਪ੍ਰਬੰਧ ਕਰਕੇ ਦਿੱਤੇ, ਆਪ ਸਾਰੇ ਕਾਰਜ ਕੀਤੇ। ਸਾਰੇ ਵੀਰ ਬੜੇ ਪ੍ਰੇਮ ਵਾਲੇ ਨੇ, ਸਾਨੂੰ ਮਾਣ ਹੈ ਨੌਜਵਾਨਾਂ ਉੱਤੇ। ਤੁਸੀਂ ਸਾਰੇ ਜਿੰਨੇ ਨੌਜਵਾਨ ਹੋ, ਮਹਾਰਾਜ ਤੁਹਾਨੂੰ ਸਾਰਿਆਂ ਨੂੰ ਚੜ੍ਹਦੀ ਕਲਾ 'ਚ ਰੱਖੇ। ਸਾਰੇ ਮਾਈ ਭਾਈ ਵੀਰ ਬਜ਼ੁਰਗ ਮਤਾਵਾਂ ਭੈਣਾਂ, ਸਫ਼ਰ ਦੇ ਵਿੱਚੋਂ ਸਿੰਘ ਵੀ ਤੇ ਦਾਸਰੇ ਵੀ ਅੱਜ ਆਏ। ਔਰ ਗੁਰੂ ਕਿਰਪਾ ਕਰੇ ਕੱਲ ਨੂੰ ਹੋਰ ਚੜ੍ਹਦੀ ਕਲਾ 'ਚ ਯੋਧਿਆਂ ਦੀਆਂ 12 ਜੰਗ ਯੁੱਧ ਨਾਲ ਉਹ ਵੀ ਸਰਵਣ ਕਰਵਾਵਾਂਗੇ। ਅਜੋਕੜੇ ਸਮੇਂ ਦੀਆਂ 12 ਉਹ ਵੀ ਨਾਲ ਔਰ ਨਾਲ ਇਹ ਇਤਿਹਾਸ ਜਿਹੜੇ ਬਹੁਤ ਘੱਟ ਦੁਹਰਾਏ ਜਾਂਦੇ ਨੇ, ਉਹਨਾਂ ਵੱਡ ਵਡੇਰਿਆਂ ਨੂੰ ਵੀ ਭੁੱਲੀਏ ਨਾ, ਜਿਨ੍ਹਾਂ ਦੀਆਂ ਵੱਡੀਆਂ ਕੁਰਬਾਨੀਆਂ। ਆਓ, ਤੁਹਾਡੀ ਤੰਦਰੁਸਤੀ ਰਵੇ, ਚੜ੍ਹਦੀ ਕਲਾ ਰਵੇ, ਖਜ਼ਾਨੇ ਸਦਾ ਹੀ ਭਰਪੂਰ ਰਹਿਣ। ਚੜ੍ਹਦੀ ਕਲਾ ਦਾ ਜਕਾਰਾ ਗਜਾਈਏ ਜੀ, ਗੱਜ ਕੇ ਜਕਾਰੇ ਗਜਾਵੇ। ਬਾਲਾ ਪ੍ਰੀਤਮ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਦੇ ਚਰਨਾਂ ਨੂੰ ਭਾਵੇ। ਸਤਿ ਸ੍ਰੀ ਅਕਾਲ। ਸਤਿ
ਸ੍ਰੀ ਅਕਾਲ ਗੁਰਬਰਿਆ ਅਕਾਲ ਦੇ ਤੇਗ ਫਤਿਹ ਗੁਰੂ ਪੰਥ ਖਾਲਸੇ ਦੀ ਹਰ ਮੈਦਾਨ ਦਾਨ ਫਤਿਹ ਆਪਣੇ ਪੰਥ ਦੀ ਸਦਾ ਹੀ ਚੜ੍ਹਦੀ ਕਲਾ ਰੱਖਣੀ। ਮਹਾਰਾਜ ਸਿੱਖ ਚੈਨਲ ਸਤਿਕਾਰਯੋਗ ਵੀਰ ਆਏ ਨੇ, ਧੰਨਵਾਦ ਪ੍ਰਬੰਧਕਾਂ ਦਾ, ਸੇਵਾਦਾਰਾਂ ਦਾ, ਜੋ ਸਮਾਗਮ ਕਰ ਰਹੇ ਵੀਰ ਸਾਰੇ ਹੀ ਉਹਨਾਂ ਦਾ, ਗੁਰੂ ਕੇ ਵਜ਼ੀਰਾਂ ਦਾ, ਪਿਆਰ ਵਾਲੇ ਨੇ ਸਾਰੇ ਮਾਈ ਭਾਈ ਗੁਰਮੁਖ ਪਿਆਰਿਆਂ ਦਾ ਰੋਮ ਰੋਮ ਕਰਕੇ ਰਹਿਣੀ। ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।